ਪੰਜਾਬੀ ਰੇਡੀਓ ਦੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਖਾਸ ਮੁਲਾਕਾਤ, ਖਾਸ ਗੱਲਬਾਤ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਅਮਰੀਕਾ ਨੂੰ ਅਫਗਾਨਿਸਤਾਨ ਦੇ ਵਿੱਚੋਂ ਨਿਕਲੇ ਹੋਏ ਪੂਰਾ 1 ਵਰ੍ਹਾ ਹੋ ਗਿਆ। ਸਭ ਜਾਣਦੇ ਹਾਂ ਅਫਗਾਨਿਸਤਾਨ ਦੇ ਹਾਲਾਤ, ਖਾਸ ਕਰਕੇ ਉੱਥੇ ਜਿਹੜੀਆਂ ਮਾਈਨੋਰਟੀਜ਼ ਆ ਉਹਨਾਂ ਦੇ ਲਈ ਕਿੱਦਾਂ ਦੇ ਰਹੇ। ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਮਾਈਨੋਰਟੀਜ਼ ਦੇ ਲਈ ਉੱਥੇ ਰਹਿਣਾ ਕਾਫੀ ਮੁਸ਼ਕਿਲ ਜਿਹੜਾ ਉਹ ਹੋਇਆ। ਜਦੋਂ ਅਮਰੀਕਾ ਵਾਲੇ ਛੱਡ ਕੇ ਉੱਥੇ ਆਏ, ਕਿੱਦਾਂ ਦੇ ਹਾਲਾਤ ਰਹੇ, ਉਹ ਤਸਵੀਰਾਂ, ਉਹ ਵੀਡੀਓਜ਼ ਸਭ ਨੇ ਦੇਖੀਆਂ, ਸਭ ਨੇ ਸੁਣੀਆਂ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਵਿੱਚ ਰਹਿੰਦੇ ਸਿੱਖ ਹੋਣ, ਹਿੰਦੂ ਹੋਣ, ਉਹਨਾਂ ਦੇ ਨਾਲ ਕੀ ਕੁਛ ਉੱਥੇ ਵਾਪਰਦਾ ਰਿਹਾ, ਕੀ ਕੁਛ ਹੋਇਆ, ਉਹ ਆਪਣੇ ਸਾਹਮਣੇ ਆ। ਅੱਜ ਆਪਾਂ ਰੀਸੈਂਟਲੀ ਅਮਰੀਕਾ ਦੇ ਵਿੱਚ ਪਹੁੰਚੇ ਇੱਕ ਅਫਗਾਨੀ ਸਿੱਖ ਪਰਿਵਾਰ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਿੱਖ ਕੋਲੇਸ਼ਨ ਦੇ ਨਾਲ ਪਰਮਜੀਤ ਸਿੰਘ ਬੇਦੀ, ਉਹਨਾਂ ਦੇ ਦੁਆਰਾ ਕੋਸ਼ਿਸ਼ ਜਿਹੜੀ ਉਹ ਚੱਲੀ ਇਸ ਪਰਿਵਾਰ ਨੂੰ ਅਮਰੀਕਾ ਦੇ ਵਿੱਚ ਲੈ ਕੇ ਆਉਣ ਦੇ ਲਈ। ਉਹਨਾਂ ਨੂੰ ਇੱਥੇ ਅਮਰੀਕਾ 'ਚ ਜਿਹੜੀ ਉਹ ਸ਼ਰਨ ਮਿਲੀ, ਉਹ ਉੱਥੇ ਹੁਣ ਰਹਿ ਰਹੇ ਆ। ਤੇ ਅੱਜ ਆਪਾਂ ਸੋਨੀ ਪਰਿਵਾਰ ਜੋ ਕਿ ਅਫਗਾਨਿਸਤਾਨ ਤੋਂ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਮੇਰੇ ਨਾਲ ਇਸ ਟਾਈਮ ਸਾਰੇ ਜਾਣੇ ਜੁੜ ਚੁੱਕੇ ਨੇ। ਮੈਂ ਇਸ ਟਾਈਮ ਕੈਲੀਫੋਰਨੀਆ 'ਚ, ਤੋਂ ਆਪਣੇ ਨਾਲ ਈਸਟ ਕੋਸਟ ਤੋਂ, ਨਿਊਯਾਰਕ ਵਾਲੇ ਪਾਸੇ ਤੋਂ ਜੁੜੇ ਨੇ। ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਆ ਕੁਲਵਿੰਦਰ ਸਿੰਘ ਸੋਨੀ। ਰੀਸੈਂਟਲੀ ਐਸੋਸੀਏਟ ਪ੍ਰੈਸ ਨੇ ਇਹਨਾਂ ਦੇ ਪਰਿਵਾਰ ਨੂੰ ਲੈ ਕੇ ਇੱਕ ਆਰਟੀਕਲ ਵੀ ਜਿਹੜਾ ਉਹ ਛਾਪਿਆ। ਪਹਿਲੀ ਜਿਹੜੀ ਇਹ 1 ਈਅਰ ਜਿਹੜਾ ਹੋਇਆ ਅਮਰੀਕਾ ਨੂੰ ਛੱਡਿਆਂ ਨੂੰ ਅਫਗਾਨਿਸਤਾਨ ਨੂੰ, ਉਸ ਤੋਂ ਲੈ ਕੇ ਤੇ ਨਾਲ ਆਪਣੇ ਜਿਹੜੇ ਸਰਕੂਲੇਸ਼ਨ ਦੇ ਵੱਲੋਂ ਪਰਮਜੀਤ ਸਿੰਘ ਜੀ ਬੇਦੀ, ਉਹ ਵੀ ਆਪਣੇ ਨਾਲ ਜੁੜੇ ਨੇ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਵਾਂ ਤੇ ਮੈਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਮੈਂ ਦੱਸਦਾ ਜਾਵਾਂ। ਜਿਹੜੇ ਲੈਫਟ ਤੋਂ ਰਾਈਟ ਵੱਲ ਨੂੰ ਜੇ ਤੁਸੀਂ ਦੇਖੋਗੇ ਤਾਂ ਕੁਲਵਿੰਦਰ ਸਿੰਘ ਸੋਨੀ ਆਪਣੇ ਨਾਲ ਨੇ, ਫਿਰ ਉਹਨਾਂ ਤੋਂ ਬਾਅਦ ਪਰਮਜੀਤ ਸਿੰਘ ਬੇਦੀ ਜੀ, ਉਸ ਤੋਂ ਬਾਅਦ ਅਰਵਿੰਦਰ ਸਿੰਘ ਜੀ, ਰਵੇਲ ਕੌਰ ਜੀ ਤੇ ਜਗਮੀਤ ਸਿੰਘ ਸੋਨੀ ਜੀ। ਸੋ ਇਹ ਆਪਣੇ ਨਾਲ ਸਾਰੇ ਜਾਣੇ ਜੁੜੇ ਨੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਰਮਜੀਤ ਸਿੰਘ ਜੀ, ਤੁਹਾਡੇ ਤੋਂ ਇਸ ਚੀਜ਼ ਦੇ ਵਿੱਚ ਤੁਸੀਂ ਇਹ ਜਿਹੜੀ ਕੋਸ਼ਿਸ਼ ਕੀਤੀ ਆ ਇਸ ਪਰਿਵਾਰ ਨੂੰ ਇੱਥੇ ਲੈ ਕੇ ਆਉਣ ਦੇ ਲਈ, ਕਿੰਨਾ ਚਿਰ ਤੁਹਾਨੂੰ ਜਿਹੜਾ ਇਸ ਚੀਜ਼ ਨੂੰ ਲੈ ਕੇ ਲੱਗਾ, ਇਸ ਪਰਿਵਾਰ ਨੂੰ ਇੱਥੇ ਅਮਰੀਕਾ ਦੇ ਵਿੱਚ ਸੁਰੱਖਿਅਤ ਲੈ ਕੇ ਆਉਣ ਦੇ ਲਈ? ਦੇਖੋ ਜੀ, ਜਿਸ ਤਰ੍ਹਾਂ ਸਭ ਸਰੋਤਿਆਂ ਨੂੰ, ਪੰਜਾਬੀ ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਪਤਾ ਹੀ ਹੈ, ਉਹ 25 ਮਾਰਚ 2020 ਦੇ ਵਿੱਚ ਜੋ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ ਦੇ ਉੱਤੇ ਅਟੈਕ ਹੋਇਆ ਸੀਗਾ ਜੀ, ਤਕਰੀਬਨ 25 ਬੱਚੇ ਬੱਚੀਆਂ ਲੇਡੀ ਸ਼ਹੀਦ ਹੋ ਗਏ ਸਨ। ਦੁਖਦਾਇਕ ਘਟਨਾ ਸੀਗੀ ਉਹ ਜਿਹੜਾ ਅਟੈਕ ਗੁਰਦੁਆਰਾ ਸਾਹਿਬ ਤੇ ਹੋਣਾ। ਸੋ ਉਸ ਦਿਨ ਦੇ ਵਿੱਚ ਜਿਹੜਾ ਉਸ ਦਿਨ ਦੀ ਘਟਨਾ ਸੀਗੀ, ਤਾਂ ਜਿਹੜਾ ਪਰਿਵਾਰ ਨਾਲ ਬੈਠਾ ਹੋਇਆ ਹਰਿੰਦਰ ਸਿੰਘ ਜੀ, ਕੁਲਵਿੰਦਰ ਸਿੰਘ ਜੀ, ਇਹ ਸਾਰੇ ਬੈਠੇ ਹੋਏ ਨੇ। ਇਹਨਾਂ ਦਾ ਪੂਰਾ ਪਰਿਵਾਰ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਅੰਦਰ ਸੀਗਾ। ਔਰ ਉਹਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਜੀ ਸੀਗੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਰਦਾਰ ਨਿਰਮਲ ਸਿੰਘ ਜੀ, ਜੋ ਕਿ ਇਸ ਅਟੈਕ ਦੇ ਵਿੱਚ ਨਿਰਮਲ ਸਿੰਘ ਜੀ ਵੀ ਜਾਨ ਗਵਾ ਬੈਠੇ, ਤੇ ਹਰਿੰਦਰ ਸਿੰਘ ਜੀ ਦੀ ਵਾਈਫ ਔਰ ਇਹਨਾਂ ਦੀ ਛੋਟੀ ਬੇਟੀ ਤਾਨੀਆ ਕੌਰ, ਉਹਨਾਂ ਨੇ ਆਪਣੀਆਂ ਜਾਨਾਂ ਗਵਾਈਆਂ। ਨਾਲ ਟੋਟਲ 25 ਸਿੰਘ ਸ਼ਹੀਦੀਆਂ ਹੋਈਆਂ ਉਹਨਾਂ ਦੀਆਂ। ਸੋ ਉਹ ਜਿਹੜਾ ਦਿਨ ਸੀਗਾ, ਕਿਉਂਕਿ ਅਫਗਾਨਿਸਤਾਨ ਦੀ ਹਿਸਟਰੀ ਦੇ ਵਿੱਚ ਇਸ ਤੋਂ ਪਹਿਲਾਂ ਗੁਰਦੁਆਰਾ ਜਲਾਲਾਬਾਦ ਤੇ ਵੀ ਇੱਕ ਅਟੈਕ ਕੁਝ 10 ਸਾਲ ਪਹਿਲਾਂ ਹੋਇਆ ਸੀਗਾ, ਲੇਕਿਨ ਇਸ ਅਟੈਕ ਦੇ ਤਕਰੀਬਨ ਕਾਫੀ ਜਾਨਾਂ ਸਾਡੀਆਂ ਗਈਆਂ ਇਹਦੇ ਵਿੱਚ। ਸੋ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਕਿਸ ਤਰ੍ਹਾਂ ਆਏ, ਕਿਉਂਕਿ ਇਹ ਜਿਹੜੀ ਘਟਨਾ ਹੈਗੀ ਹੈ 2018 ਦੀ ਚੱਲ ਰਹੀ ਹੈ, ਜਦੋਂ 1 ਜੁਲਾਈ 2018 ਨੂੰ ਸਾਡੇ ਕੁਝ ਲੀਡਰ, ਕਮਿਊਨਿਟੀ ਲੀਡਰ, MP ਮਿਲਣ ਜਾ ਰਹੇ ਸਨ ਉੱਥੋਂ ਦੇ ਪ੍ਰੈਜ਼ੀਡੈਂਟ ਅਬਦੁਲ ਗਨੀ ਨੂੰ। ਉਸ ਟਾਈਮ ਉਹਨਾਂ ਦੇ ਅਟੈਕ ਹੋਇਆ ਸੀ ਤੇ ਉਹ 13 ਬੰਦਿਆਂ ਨੇ ਸ਼ਹਾਦਤਾਂ ਉੱਥੇ ਉਹਨਾਂ ਨੇ ਜਾਨਾਂ ਗਵਾਈਆਂ ਆਪਣੀਆਂ। ਉਸ ਟਾਈਮ ਤੋਂ ਸਾਡੇ ਲੋਕ ਜਿਹੜੇ ਸੀ ਕੋਈ ਡਰੇ ਰਹਿ ਰਹੇ ਸੀਗੇ, ਕਿਉਂਕਿ ਕਿਸੇ ਟਾਈਮ ਜਿਹੜੀ ਆਬਾਦੀ ਤਕਰੀਬਨ 70,000 ਹੁੰਦੀ ਸੀ। ਇਸ ਚੈਨਲ ਕਲੀਅਰ ਕਰ ਦਵਾਂ, ਕਈ ਲਿਖਦੇ ਨੇ ਕਿ 2 ਲੱਖ 3 ਲੱਖ, ਨਹੀਂ। 70-80 ਦੇ ਵਿੱਚ ਜਦੋਂ ਅਸੀਂ, ਸਾਡਾ ਮੈਕਸਿਮਮ ਲੋਕ ਸੀਗੇ ਉੱਥੇ, ਤੇ ਅਸੀਂ ਉਦੋਂ ਮਰਦਮਸ਼ੁਮਾਰੀ ਜਿਹੜੀ ਆਪਣੇ ਹਿਸਾਬ ਨਾਲ ਕੀਤੀ ਸੀ, ਕੁਝ ਸਾਡੇ ਪੜ੍ਹੇ ਲਿਖੇ ਬੰਦਿਆਂ ਨੇ, 70,000 ਤੱਕ ਮੈਕਸਿਮਮ ਹਿੰਦੂ ਔਰ ਸਿੱਖ ਆਬਾਦੀ ਸੀਗੀ ਅਫਗਾਨਿਸਤਾਨ ਦੇ ਵਿੱਚ। ਸੋ ਮਾਈਨੋਰਟੀ ਜਿਹੜੀ ਆਪਾਂ ਉੱਥੇ ਕਹਿ ਸਕਦੇ ਹਿੰਦੂ ਐਂਡ ਸਿੱਖਾਂ ਦੀ ਜੀ। ਉਹਦੇ ਵਿੱਚੋਂ ਦੇਖੋ ਜਿਹੜਾ 1980 ਤੋਂ ਲੈ ਕੇ 1995 ਤੱਕ, 2000 ਤੱਕ ਜਿਹੜਾ ਭੈੜਾ ਸਮਾਂ ਗੁਜ਼ਰਿਆ, ਉਹਦੇ ਚ ਤਕਰੀਬਨ ਮੈਕਸਿਮਮ ਬੰਦੇ ਜਿਹੜੇ ਅਫੋਰਡ ਕਰਦੇ ਸੀਗੇ, ਉਹ ਲੋਕ ਜਿਹੜੇ ਅਫਗਾਨਿਸਤਾਨ ਛੱਡ ਕੇ
ਇੰਡੀਆ 'ਚ ਹੋਰ ਦੇਸ਼ਾਂ 'ਚ ਵੱਸ ਗਏ ਸੀਗੇ। ਹੂੰ। ਜਦੋਂ 2018 ਦਾ ਅਟੈਕ ਹੋਇਆ ਉਸ ਟਾਈਮ ਤਕਰੀਬਨ 1500 ਦੇ ਕਰੀਬ ਟੋਟਲ ਗਿਣਤੀ ਦੇ ਵਿੱਚ ਹਿੰਦੂ ਔਰ ਸਿੱਖ ਉੱਥੇ ਰਹਿ ਰਹੇ ਸੀਗੇ। ਠੀਕ ਹੈ। ਉਹ ਜਿਹੜਾ 2020 ਦੇ ਵਿੱਚ ਅਟੈਕ ਹੋਇਆ 25 ਮਾਰਚ 2020 ਨੂੰ, ਉਦੋਂ ਦੀ ਜਿਹੜੀ ਹੈਗੀ ਤਕਰੀਬਨ 700 ਤੋਂ ਥੱਲੇ ਲੋਕ ਉੱਥੇ ਰਹਿ ਗਏ ਰਹਿ ਸੀ। ਗਏ ਸੀਗੇ। ਕਾਬਲ, ਜਲਾਲਾਬਾਦ, ਗਜ਼ਨੀ, ਕੰਧਾਰ ਜਾਂ ਹੋਰ ਕੁਝ ਸ਼ਹਿਰਾਂ ਦੇ ਵਿੱਚ। ਹੂੰ। ਟੋਟਲ ਗਿਣਤੀ ਇੰਨੀ ਹੀ ਰਹਿ ਗਈ ਸੀਗੀ। ਪਰ ਇਸ ਅਟੈਕ ਤੋਂ ਬਾਅਦ ਇਤਨਾ ਡਰ ਪੈਦਾ ਹੋ ਗਿਆ ਕਿ ਬਈ ਜੇ ਅਸੀਂ ਗੁਰੂ ਘਰਾਂ ਦੇ ਵਿੱਚ ਸੁਰੱਖਿਅਤ ਹੈ ਨਹੀਂ ਤਾਂ ਅਸੀਂ ਕੀ ਕਰਾਂਗੇ? ਸੋ ਉਸ ਟਾਈਮ ਅਸੀਂ ਇੱਥੋਂ ਅਮਰੀਕਾ ਤੋਂ ਇੱਕ ਉਪਰਾਲਾ ਕੀਤਾ ਗਿਆ। ਮੈਂ ਜ਼ਰੂਰ ਨਾਂ ਲਵਾਂ, ਦਲੀਪ ਸਿੰਘ ਜੀ ਸੇਠੀ, ਰਿਵਰਹੈਡ, ਕੈਲੀਫੋਰਨੀਆ ਤੋਂ। ਠੀਕ ਹੈ। ਉਹਨਾਂ ਨਾਲ ਮੇਰੀ 25 ਮਾਰਚ ਨੂੰ ਗੱਲ ਹੋਈ ਉਹਨਾਂ ਨਾਲ, ਕਿਉਂਕਿ 10 ਪਹਿਲਾਂ ਵੀ ਲਿੰਕ ਸੀਗਾ। ਤੇ ਉਹਨਾਂ ਨੇ ਕਿਹਾ ਵੀ ਦੇਖੋ ਭਾਈ ਸਾਹਿਬ ਏਦਾਂ ਹੋ ਗਿਆ ਕਿ ਅਸੀਂ ਜਿੰਨੇ ਪਰਿਵਾਰ ਉੱਥੇ ਰਹਿੰਦੇ ਨੇ ਸਾਰੇ ਪਰਿਵਾਰਾਂ ਦੀ ਹੈਲਪ ਕਰਨੀ ਹੈ, ਮਦਦ ਕਰਨੀ ਹੈ। ਸੋ ਜੀ। ਉਹਨਾਂ ਦੇ ਨਾਲ ਮਿਲ ਕੇ ਅਸੀਂ ਦੋਨਾਂ ਨੇ ਗਰੁੱਪ ਬਣਾਇਆ, ਮਾਈ ਫੈਮਿਲੀ ਮਾਈ ਰਿਸਪੌਂਸਿਬਿਲਿਟੀ। ਠੀਕ ਹੈ। ਵੀ ਇਹਦੇ ਅੰਡਰ ਅਸੀਂ ਜਿਹੜਾ ਨੇ ਅਸੀਂ ਜਿਹੜਾ ਹੈਗਾ ਅਸੀਂ ਸਾਰੇ ਪਰਿਵਾਰਾਂ ਦੀ ਹੈਲਪ ਕਰਾਂਗੇ। ਲੇਟਰ ਔਨ ਮਾਰਚ ਤੋਂ ਬਾਅਦ ਜੁਲਾਈ ਦੇ ਵਿੱਚ ਵਿਕਰਮਜੀਤ ਸਿੰਘ ਸਾਨੀ ਸਾਨੂੰ ਮਿਲ ਗਏ ਇੰਡੀਆ ਤੋਂ, ਜਿਨ੍ਹਾਂ ਨੇ ਆਪਣੇ ਲੈਵਲ ਦੇ ਉੱਤੇ ਬਾਅਦ ਵਿੱਚ ਜਿਹੜੇ ਪਰਿਵਾਰਾਂ ਦੀ ਹੈਲਪ ਕੀਤੀ ਉਹਦੇ ਵਿੱਚ ਉਹਨਾਂ ਨੂੰ ਸਪੈਸ਼ਲ ਜਹਾਜ਼ ਭੇਜੇ ਗਏ, ਟਿਕਟਾਂ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਇੰਡੀਆ ਤੋਂ ਜੋ ਲੈ ਗਏ। ਤੇ ਮਾਈ ਫੈਮਿਲੀ ਮਾਈ ਰਿਸਪੌਂਸਿਬਿਲਿਟੀ ਦੇ ਅੰਦਰ ਸੇਠੀ ਸਾਹਿਬ ਦਾ ਵੱਡਾ ਯੋਗਦਾਨ ਹੈ। ਉਹ ਸਾਨੂੰ ਛੱਡ ਗਏ ਸਨ ਪਿਛਲੇ ਸਾਲ ਦਸੰਬਰ ਦੇ ਵਿੱਚ, ਉਹਨਾਂ ਦੀ ਉਹ ਦੁਨੀਆ ਤੋਂ ਚਲੇ ਗਏ ਸਨ ਕਿਸੇ ਪ੍ਰੋਬਲਮ ਕਰਕੇ। ਤੇ ਹੂੰ। ਉਹਨਾਂ ਦੀ ਯਾਦ ਅਸੀਂ ਮਨਾ ਰਹੇ ਹਾਂ ਹੁਣ ਅਗਲੇ ਮਹੀਨੇ। ਤੇ ਉਹਨਾਂ ਦਾ ਮੇਨ ਯੋਗਦਾਨ ਰਿਹਾ, ਦਾਸ ਉਹਨਾਂ ਦੇ ਨਾਲ ਇਹ ਸਾਰਾ ਕੰਮ ਕਰਦਾ ਰਿਹਾ ਹੈ ਇਹਨਾਂ ਬੰਦਿਆਂ ਨੂੰ ਸਪਾਂਸਰ ਕਰਨ ਦੇ ਲਈ। ਸੋ ਸੋ ਤੁਹਾਨੂੰ 2 ਸਾਲ ਦਾ ਓਵਰਆਲ ਪ੍ਰੋਸੈਸ ਜਿਹੜਾ ਇਸ ਚੀਜ਼ ਦੇ ਵਿੱਚ ਲੱਗ ਗਿਆ ਕਿ ਇਸ ਤੋਂ ਵੀ ਜ਼ਿਆਦਾ ਲੱਗ ਗਿਆ? ਹਾਂਜੀ, ਨਹੀਂ ਇਹਨਾਂ ਜਿਹੜਾ ਅਟੈਕ ਗੁਰੂ ਹਰਿ ਸਾਹਿਬ ਦੇ ਗੁਰਦੁਆਰੇ 'ਚ ਹੋਇਆ, ਉਸ ਤੋਂ ਬਾਅਦ ਅਸੀਂ ਮੋਸ਼ਨ 'ਚ ਆਏ ਹਾਂ ਮੇਨਲੀ ਕਿ ਹੁਣ ਬੰਦਿਆਂ ਦਾ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦਾ ਉੱਥੇ ਰਹਿਣਾ ਖਤਰੇ ਤੋਂ ਖਾਲੀ ਹੈ ਨਹੀਂ ਸੀਗਾ। ਤੇ ਕੀ ਇਕੱਲਾ ਇਹੀ ਪਰਿਵਾਰ ਆ ਸਕਿਆ ਜਾਂ ਹੋਰ ਪਰਿਵਾਰਾਂ ਨੂੰ ਵੀ ਆਉਣ ਦਾ ਮੌਕਾ ਮਿਲਿਆ ਹੈ? ਦੇਖੋ ਜੀ 700 ਬੰਦਿਆਂ ਦੇ ਵਿੱਚੋਂ ਤਕਰੀਬਨ 600 ਤੋਂ ਉੱਪਰ ਬੰਦੇ ਜਿਹੜੇ ਨੇ ਅਫਗਾਨਿਸਤਾਨ ਛੱਡ ਕੇ ਇੰਡੀਆ ਆ ਗਏ ਨੇ। ਠੀਕ ਹੈ। ਔਰ ਮਾਈ ਫੈਮਿਲੀ ਮਾਈ ਰਿਸਪੌਂਸਿਬਿਲਿਟੀ ਦੇ ਅੰਦਰ ਸਾਰਿਆਂ ਉਹਦੇ ਨੂੰ ਕੀਤਾ ਗਿਆ। ਹਾਂ। ਨਹੀਂ, ਕਿਉਂਕਿ ਦਲੀਪ ਸਿੰਘ ਸੇਠੀ, ਵਿਕਰਮਜੀਤ ਸਾਨੀ ਤੋਂ ਇਲਾਵਾ ਮੈਂ ਸੋਪਤੀ ਫਾਊਂਡੇਸ਼ਨ ਦਾ ਵੀ ਜ਼ਰੂਰ ਨਾਮ ਲਵਾਂਗਾ। ਉਹਨਾਂ ਨੇ ਵੀ ਕਾਫੀ ਪਰਿਵਾਰਾਂ ਨੂੰ ਨਾਲ ਮਿਲ ਕੇ ਹੈਲਪ ਕੀਤੀ ਹੈ, ਕਿਉਂਕਿ ਇਸ ਪ੍ਰੋਜੈਕਟ 'ਚ ਹੋਰਾਂ ਨੇ ਵੀ ਕੀਤੀ ਹੋਏਗੀ। ਸੋ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਆਪਣੇ ਲੈਵਲ ਤੇ ਹੈਲਪ ਕੀਤੀ ਹੈ, ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦਾ ਵੀ ਥੈਂਕਸ ਕਰਨਾ ਚਾਹਾਂਗਾ। ਜ਼ਰੂਰ। ਇਹ ਪਰਿਵਾਰ ਕਿਉਂਕਿ ਜੋ ਬੈਠਾ ਮੇਰੇ ਨਾਲ ਕੁਲਵਿੰਦਰ ਸਿੰਘ, ਇਹ ਆਪਣੇ ਬਾਰੇ ਆਪ ਦੱਸਣਗੇ, ਪਰ ਇਹ ਅਮਰੀਕਨ ਐਮਬੈਸੀ ਦਾ ਸੰਬੰਧਤ ਸੀਗੇ ਔਰ ਅਮਰੀਕਨ ਐਮਬੈਸੀ ਇੰਟਰਪ੍ਰੀਟਰ ਦਾ ਕੰਮ ਕਰਦੇ ਸੀਗੇ ਔਰ ਹੋਰ ਤਰੀਕਿਆਂ ਨਾਲ ਹੈਲਪ ਕਰਦੇ ਸੀਗੇ ਜਿਨ੍ਹਾਂ ਨੂੰ, ਕਿਉਂਕਿ ਸਾਡੇ ਲੋਕ ਪੜ੍ਹੇ ਲਿਖੇ ਘੱਟ ਸੀਗੇ ਉੱਥੇ। ਠੀਕ ਹੈ। ਉਹਨਾਂ ਨੂੰ ਇੰਗਲਿਸ਼ ਬੋਲਣ ਦੀ ਪ੍ਰੋਬਲਮ ਸੀਗੀ ਤੇ ਕੁਲਵਿੰਦਰ ਜੀ ਜਿਹੜਾ ਇੱਕ ਹੈਲਪ ਕਰਦੇ ਸੀਗੇ। ਸੋ ਇਹਨਾਂ ਦਾ ਕਨੈਕਸ਼ਨ ਜਿਹੜਾ ਹੋਇਆ ਸਿੱਖ ਕੋਲੀਸ਼ਨ ਦੇ ਨਾਲ ਹੋਇਆ। ਮਾਰਕ ਰੈਡਿੰਗ ਜੀ ਨਾਲ ਮੇਰਾ ਵੀ ਕਨੈਕਸ਼ਨ ਹੋਇਆ, ਤਾਂ ਇਹਨਾਂ ਨੇ ਰਲ ਮਿਲ ਕੇ ਇਹ ਕੋਸ਼ਿਸ਼ ਕੀਤੀ ਵੀ ਇਹ ਕੰਮ ਕੀਤਾ ਜਾਵੇ। ਠੀਕ ਹੈ। ਇਹਦਾ ਮੇਨ ਕ੍ਰੈਡਿਟ ਮੈਂ ਸਿੱਖ ਕੋਲੀਸ਼ਨ ਦੇਵਾਂਗਾ, ਕਿਉਂਕਿ ਇਹਨਾਂ ਨੇ ਸਟੇਟ ਡਿਪਾਰਟਮੈਂਟ ਨਾਲ ਗੱਲ ਕਰਕੇ ਇਹਦੀ ਜੋ ਕਿ ਇਹ ਅਮਰੀਕਨ ਐਮਬੈਸੀ ਦੀ ਕੰਮ ਕਰਦੇ ਸਨ, ਇਸ ਦੇ ਉੱਤੇ ਉਹਨਾਂ ਨੇ ਇਹਨਾਂ ਦਾ ਜਿਹੜਾ ਵੀਜ਼ੇ ਦਾ ਕੰਮ ਕਰਾਇਆ। ਹਾਂ, ਇਹਦੇ 'ਚ ਮੈਂ ਜ਼ਰੂਰ ਕਹਾਂਗਾ ਕਿ ਗੁਰੂ ਨਾਨਕ ਦਰਬਾਰ ਆਫ ਲੌਂਗ ਆਈਲੈਂਡ ਹਿਕਸਵਿਲ ਜਿਹੜਾ ਹੈਗਾ ਆ, ਜੀ। ਉਹਦੇ ਵੱਲੋਂ ਅਸੀਂ ਸਪਾਂਸਰਸ਼ਿਪ ਕੀਤੀ ਇਹਨਾਂ ਦੀ। ਠੀਕ ਹੈ। ਦਰਬਾਰ ਸਾਊਥ ਹਾਲ ਲੰਡਨ ਵਿੱਚ ਜਿਹੜੇ ਹੈਗੇ ਨੇ, ਉਹਨਾਂ ਦੇ ਟਰਸਟੀ ਸਾਹਿਬਾਨ, ਉਹਨਾਂ ਦੇ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬ, ਉਹਨਾਂ ਨੇ ਰਲ ਮਿਲ ਕੇ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਇਹ ਕੀਤੀ ਕਿ ਇੰਡੀਆ ਆਉਣ ਤੋਂ ਬਾਅਦ ਸਾਡੇ ਪ੍ਰੋਜੈਕਟ ਦੇ ਅੰਦਰ ਇੰਡੀਆ ਆ ਗਏ ਸੀਗੇ ਜੀ। ਲੇਕਿਨ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਜਦੋਂ ਰਿਕੁਐਸਟ ਕੀਤੀ ਆਪਣੇ ਲੰਡਨ ਵਾਲਿਆਂ ਨੂੰ, ਭਾਈ ਬੰਦੋ ਇਹਨਾਂ ਦੀ ਟਿਕਟਾਂ ਦਾ ਤੇ ਹੋਰ ਅਰੇਂਜ ਕਰਨਾ ਹੈ, ਤੇ ਗੁਰਮੀਤ ਸਿੰਘ ਟਰਸਟੀ ਨਾਲ ਮੇਰੀ ਗੱਲ ਹੋਈ ਸੀ, ਪ੍ਰਧਾਨ ਸੁਖਵਿੰਦਰ ਸਿੰਘ ਨਾਲ ਹੋਈ ਸੀ। ਉਹਨਾਂ ਨੇ ਕਿਹਾ, ਹੱਥ ਜੋੜ ਕੇ ਕਿਹਾ ਵੀ ਇਹ ਸੇਵਾ ਅਸੀਂ ਕਰਾਂਗੇ। ਠੀਕ ਹੈ, ਚਲੋ ਬਹੁਤ ਵਧੀਆ। ਅਸੀਂ ਪੂਰੀ ਵਰਲਡ ਵਾਈਡ ਹੀ ਸੇਵਾ ਜਿਹੜੀ ਸਾਰਿਆਂ ਨੇ ਮਿਲ ਜੁਲ ਕੇ ਇਹਨਾਂ ਨੂੰ ਇੱਥੇ ਫਿਰ ਲੈ ਕੇ ਆਉਣ ਦੇ ਲਈ ਮਦਦ ਕੀਤੀ। ਤੇ ਪਰਮਜੀਤ ਜੀ, ਇਹ ਤੁਸੀਂ ਦੱਸੇ ਤੇ ਮੈਂ ਹੁਣ ਗੱਲਬਾਤ ਕਰਨਾ ਚਾਹੁੰਦਾ ਹਾਂ ਕੁਲਵਿੰਦਰ ਹੁਣਾਂ ਦੇ ਨਾਲ, ਇਹਨਾਂ ਦੇ ਪਰਿਵਾਰ ਦੇ ਨਾਲ। ਸੋ ਕੁਲਵਿੰਦਰ ਸਿੰਘ, ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਅਸੀਂ ਆਖਦੇ ਹਾਂ। ਸਭ ਤੋਂ ਪਹਿਲਾਂ ਆਪਣੀ ਉਮਰ ਦੱਸੋ ਤੇ ਤੁਹਾਡਾ ਜਨਮ ਉੱਥੇ ਕਿੱਥੇ ਹੋਇਆ ਸੀ, ਜੇ ਤੁਸੀਂ ਥੋੜਾ ਜਿਹਾ ਉਸ ਦੇ ਬਾਰੇ ਜਾਣਕਾਰੀ ਦਿਓ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਕੁਲਵਿੰਦਰ ਸਿੰਘ ਹੈ। ਮੇਰਾ ਜਨਮ ਪਥਿਆ ਅਫਗਾਨਿਸਤਾਨ ਵਿੱਚ ਹੈ ਤੇ ਮੈਂ 27 ਇਅਰਸ ਹਾਂ, ਮੇਰਾ ਏਜ 27 ਹੈ। ਠੀਕ ਹੈ। ਕਹਿੰਦੇ ਅਸੀਂ ਕਾਬੁਲ ਵਿੱਚ ਸੀ, ਕੈਪੀਟਲ ਜੋ ਅਫਗਾਨਿਸਤਾਨ ਦਾ, ਤੇ ਸਾਡੇ ਅਸੀਂ ਗੁਰਦੁਆਰੇ ਵਿੱਚ ਹੀ ਰਹਿੰਦੇ ਸੀ, ਗੁਰਦੁਆਰਾ ਗੁਰੂ ਹਰਿਰਾਏ ਸਾਹਿਬ ਜੀ, ਜਿੱਥੇ ਉਹ ਹਮਲਾ ਹੋਇਆ ਸੀਗਾ। ਕਿ ਮੇਰੇ ਫਾਦਰ ਉੱਥੇ ਹੈਡ ਗ੍ਰੰਥੀ ਸੀ ਤੇ ਆਪਾਂ ਉੱਥੇ ਹੀ ਰਹਿੰਦੇ ਸੀ। ਤਾਂ ਅੱਛਾ, ਉੱਥੇ ਜਨਮੇ, ਉੱਥੇ ਤੁਸੀਂ ਜਿਹੜੇ ਉਹ ਰਹਿ ਰਹੇ ਸੀਗੇ,
ਪੜ੍ਹਨ ਲਿਖਣ ਦਾ ਕਿੱਦਾਂ ਸੀਗਾ ਉੱਥੇ, ਮੌਕਾ ਕਿੱਦਾਂ ਦਾ ਸੀਗਾ? ਉੱਥੇ ਦੇ ਸਕੂਲ 'ਚ ਪੜ੍ਹੇ ਜਾਂ ਹੋਮ ਸਕੂਲਿੰਗ ਹੋਈ ਜਾਂ ਕਿੱਦਾਂ ਹੋਇਆ ਸੀਗਾ? ਉੱਥੇ ਦੇ ਸਕੂਲ ਵਿੱਚ ਵੀ ਪੜ੍ਹਿਆ ਤਾਂ ਕਾਫੀ ਬੜੇ ਮੁਸ਼ਕਲਾਤਾਂ ਦੇ ਨਾਲ ਉੱਥੇ ਪੜ੍ਹਿਆ। ਜਿਵੇਂ ਉੱਥੇ ਸਿੱਖਾਂ ਦੇ ਜਿਹੜੇ ਬੱਚੇ ਨੇ ਸਕੂਲ ਜਾਂਦੇ ਸੀ, ਤੇ ਉੱਥੇ ਉਹਨਾਂ ਦੇ ਜਿਹੜੇ ਹੋਰ ਬੱਚੇ ਨੇ ਉਹਨਾਂ ਦੀ ਬੁਰਾਈ ਕਰਦੇ ਨੇ, ਛੇੜਦੇ ਨੇ। ਅੱਛਾ, ਕਾਫੀ ਦਿੱਕਤ ਦੇ ਨਾਲ ਪੜ੍ਹਿਆ, ਕਾਫੀ ਕੋਰਸਾਂ ਲਿੱਤੇ ਨੇ, ਆਪਾਂ ਉੱਥੇ ਪੜ੍ਹਿਆ। ਠੀਕ ਹੈ। ਸੋ ਉੱਥੇ ਦੇ ਕੋਈ ਉੱਥੇ ਤਾਂ ਮਤਲਬ ਕੋਈ ਪ੍ਰਾਈਵੇਟ ਸਕੂਲ ਆ, ਸਰਕਾਰੀ ਸਕੂਲ ਹੁੰਦੇ ਆ, ਕਿੱਦਾਂ ਦਾ? ਜੇ ਤੁਸੀਂ ਥੋੜ੍ਹਾ ਜਿਹਾ ਮੈਨੂੰ ਉਹਦੇ ਬਾਰੇ ਕੁਛ ਦੱਸ ਸਕੋ। ਸਰਕਾਰੀ ਸਕੂਲ ਵੀ ਹੈ ਨੇ, ਪ੍ਰਾਈਵੇਟ ਵੀ ਹੈ ਨੇ। ਅੱਛਾ, ਹਾਂਜੀ। ਠੀਕ ਹੈ, ਠੀਕ ਹੈ। ਸੋ ਤੁਸੀਂ ਫਿਰ ਉੱਥੇ ਪੜ੍ਹਾਈ ਕੀਤੀ, ਤੇ ਫਿਰ ਤੁਸੀਂ ਜਿੱਦਾਂ ਪਰਮਜੀਤ ਸਿੰਘ ਜੀ ਦੱਸ ਰਹੇ ਸੀਗੇ ਵੀ ਅੰਬੈਸੀ ਦੇ ਨਾਲ ਇੰਟਰਪ੍ਰੇਟਰ ਦਾ ਜਿਹੜੇ ਕੰਮ ਦੇ ਵਜੋਂ ਜਿਹੜੇ ਉਹ ਕੀਤਾ, ਉਹ ਤੁਹਾਨੂੰ ਮੌਕਾ ਕਿੱਦਾਂ ਮਿਲਿਆ? 2014 ਦੇ ਵਿਚਕਾਰ ਜਦੋਂ ਮੈंने पहले ईमेल पाई सी एम्बेसी ਦੇ ਵਿੱਚ ਹਿਊਮਨ ਰਾਈਟਸ ਐਂਡ ਲਾਅ ਆਫ ਯੂਨਿਟ ਦੇ ਵਿਚਕਾਰ, ਕਿ ਮੈਂ ਕਰ ਸਕਾਂ ਜਿਹੜੀ ਮੁਸ਼ਕਲਾਤਾਂ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਫੇਸ ਕਰ ਰਹੇ ਨੇ ਉੱਥੇ, ਤੇ ਉਹਨਾਂ ਨੂੰ ਮੈਂ ਸ਼ੇਅਰ ਕਰ ਰਿਹਾ ਉੱਥੇ। ਜਦੋਂ ਮੈਂ ਪਹਿਲਾ ਈਮੇਲ ਉੱਥੇ ਕੀਤੀ ਸੀ, ਤੇ ਮੈਨੂੰ ਉੱਥੋਂ ਬਾਅਦ ਮੌਕਾ ਮਿਲਿਆ ਯੂਐਸ ਐਮਬੈਸੀ ਜਾਣ ਦਾ, ਕਿ ਜਿਹੜੇ ਮੁਸ਼ਕਲਾਤਾਂ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂ ਫੇਸ ਕਰ ਰਹੇ, ਉੱਥੇ ਮੈਂ ਸ਼ੇਅਰ ਕਰ ਦੇਵਾਂ। ਠੀਕ ਹੈ, ਤੇ ਯੂਥ ਪਾਰਲੀਮੈਂਟ ਦਾ ਮੈਂਬਰ ਵੀ ਮੈਂ ਸੀ, ਉੱਥੇ ਵੀ ਜਿਹੜੇ ਪ੍ਰੋਬਲਮਸ ਅਫਗਾਨੀ ਸਿੱਖਾਂ ਦੇ ਤੇ ਹਿੰਦੂਆਂ ਦੇ ਸਾਹਮਣੇ ਉੱਥੇ ਸ਼ੇਅਰ ਕਰਦਾ ਸੀ। ਤਦ ਜਾ ਕੇ ਮੇਰਾ ਕਨੈਕਸ਼ਨ ਚੱਲਿਆ ਰਿਹਾ ਯੂਐਸ ਐਮਬੈਸੀ ਦੇ ਨਾਲ। ਠੀਕ ਹੈ। ਸੋ ਤੁਸੀਂ ਈਮੇਲਸ ਦੇ ਨਾਲ ਕਨੈਕਟ ਹੋਏ, ਤੇ ਫਿਰ ਹੌਲੀ-ਹੌਲੀ ਉੱਥੇ ਜਾਣ ਦਾ ਤੁਹਾਨੂੰ ਜਿਹੜਾ ਆ ਉਹ ਮੌਕਾ ਮਿਲਿਆ। ਹਾਂਜੀ। ਕੁਲਵਿੰਦਰ, ਹੈ ਤਾਂ ਅਗਲਾ ਸਵਾਲ ਇੱਦਾਂ ਦਾ ਵੀ ਭਾਵਨਾਤਮਕ ਵੀ ਆ। ਤੁਸੀਂ ਪੂਰੇ ਪਰਿਵਾਰ ਦੇ ਨਾਲ ਗੁਰੂ ਘਰ ਦੇ ਵਿੱਚ ਰਹਿ ਰਹੇ ਸੀਗੇ, ਜਦ ਉੱਥੇ ਹਮਲਾ ਹੋਇਆ ਗੁਰੂ ਘਰ ਦੇ ਵਿੱਚ, ਤੁਸੀਂ ਵੀ ਉੱਥੇ ਹੀ ਸੀਗੇ? ਹਾਂਜੀ, ਬਾਕੀ ਪਰਿਵਾਰ ਦੇ ਜੀਅ ਵੀ ਉੱਥੇ ਸੀਗੇ? ਸਾਰੇ ਉੱਥੇ ਸਨ। ਹਾਂਜੀ। ਹਾਂਜੀ। ਸੋ ਕਿਉਂਕਿ ਅਸੀਂ ਇੱਥੇ ਬੈਠੇ ਕੰਪਿਊਟਰ ਦੀ ਸਕਰੀਨ ਤੋਂ ਦੇਖਦੇ ਹਾਂ ਜਾਂ ਪੜ੍ਹਦੇ ਹਾਂ ਵੀ ਆਹ ਉੱਥੇ ਹੋ ਗਿਆ, ਉੱਥੇ ਹੋ ਗਿਆ। ਜਿਹੜਾ ਉੱਥੇ ਰਹਿ ਰਿਹਾ ਹੁੰਦਾ ਉਹਦੇ ਹਾਲਾਤ ਕੁਛ ਹੋਰ ਹੁੰਦੇ ਆ। ਕੀ ਤੁਸੀਂ ਥੋੜ੍ਹਾ ਐਕਸਪਲੇਨ ਕਰ ਸਕੋਗੇ ਕਿ ਆਲਵੇਜ਼ ਹਮੇਸ਼ਾ ਇੱਦਾਂ ਦਾ ਡਰ ਰਹਿੰਦਾ ਸੀਗਾ ਵੀ ਗੁਰੂ ਘਰਾਂ ਦੇ ਉੱਤੇ ਵੀ ਹਮਲੇ ਹੋ ਜਾਂਦੇ ਸੀ ਉੱਥੇ, ਜਾਂ ਇਹ ਲਾਈਕ ਵਨ ਆਫ ਦਾ ਕਾਈਂਡ ਸੀਗਾ ਉਦੋਂ ਵੀ, ਇਹ ਅਚਾਨਕ ਇੱਦਾਂ ਗੁਰੂ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ? ਜਿਵੇਂ ਮੇਰੀ ਅੰਕਲ ਨੇ ਦੱਸਿਆ ਤਾਂ 10 ਸਾਲ ਪਹਿਲੇ ਵੀ ਜਦੋਂ ਜਲਾਲਾਬਾਦ ਦੇ ਗੁਰਦੁਆਰੇ 'ਚ ਅਟੈਕ ਹੋਇਆ ਸੀ, ਉਸ ਤੋਂ ਬਾਅਦ ਗੁਰਦੁਆਰਿਆਂ ਤੇ ਕਦੀ ਅਟੈਕ ਨਹੀਂ ਹੋਇਆ। ਲੇਕਿਨ ਕਾਫੀ ਮੁਸ਼ਕਲਾਤਾਂ ਦੇ ਨਾਲ ਸਿੱਖਾਂ ਜਦੋਂ ਬਿਜ਼ਨਸ ਤੇ ਜਾ ਰਹੇ ਨੇ, ਉੱਥੇ ਉਹਨਾਂ ਨੂੰ ਹੋਰ ਲੋਕ ਛੇੜਦੇ ਸਨ, ਜਿਵੇਂ ਕਾਫਰ ਕਹਿ ਕੇ ਜਾਂ ਹੋਰ ਕੁਝ ਕਹਿ ਕੇ। ਸਕੂਲ ਦੇ ਵਿੱਚ ਬੱਚੇ ਨਹੀਂ ਜਾ ਸਕਦੇ ਸਨ। ਤਾਂ ਸਾਨੂੰ ਇਹੋ ਉਮੀਦ ਨਹੀਂ ਸੀ ਕਿ ਗੁਰਦੁਆਰੇ ਉੱਤੇ ਵੀ ਕਦੀ ਅਟੈਕ ਹੁੰਦੇ ਸੀ, ਕਦੀ ਹੋ ਜਾਏਗਾ। ਤੇ ਉੱਥੇ ਜਦੋਂ 25 ਮਾਰਚ ਨੂੰ ਅਸੀਂ ਗੁਰਦੁਆਰੇ ਦੇ ਵਿੱਚ ਪ੍ਰੈਜ਼ੈਂਟ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਉੱਥੇ ਰਹਿੰਦੇ ਸੀ, 7:36 ਜਾਂ 7:30 ਐਵੇਂ ਹੀ ਸੀ। ਜਦੋਂ ਅਸੀਂ ਗਨ ਫਾਇਰ ਸੁਣੇ, ਜਦੋਂ ਸ਼ਾਟ ਸੁਣੇ, ਆਪਾਂ ਐਵੇਂ ਫੀਲ ਕੀਤਾ ਕਿ ਚਲੋ ਇੱਥੇ ਤਾਂ ਹਰ ਦਿਨ ਇਹੀ ਹਾਲਾਤ ਹੁੰਦੀ ਹੈ, ਸ਼ਾਇਦ ਔਰ ਸਟਰੀਟ ਤੇ ਹੁੰਦਾ ਹੋ। ਲੇਕਿਨ ਬਾਅਦ ਤੋਂ ਜਦੋਂ ਮੇਰੀ ਸਿਸਟਰ ਇਨ ਲਾ ਨੇ ਦੱਸਿਆ ਕਿ ਇੱਕੋ, ਕਿਉਂਕਿ ਯੂਨੀਫਾਰਮ ਵਿੱਚ ਸੀ ਮਿਲਟਰੀ ਦੇ, ਤੇ ਉਹਨਾਂ ਨੇ ਦੱਸਿਆ ਕਿ ਉਹ ਬੰਦਾ ਸ਼ੂਜ਼ ਦੇ ਨਾਲ ਗੁਰਦੁਆਰੇ ਜਾ ਰਿਹਾ ਹੈ। ਜਦੋਂ ਮੈਂ ਉਹਦੇ ਪਿੱਛੇ ਗਿਆ ਤਾਂ ਅਸੀਂ ਆਵਾਜ਼ ਵੀ ਮਾਰੀ ਉਹਨੂੰ ਕਿ ਤੁਸੀਂ ਸ਼ੂਜ਼ ਦੇ ਨਾਲ ਅੰਦਰ ਅਲਾਉਡ ਨਹੀਂ ਸੀ ਜਾਣ ਨੂੰ। ਜਾ ਨਹੀਂ ਸਕਦੇ। फायर ने बचा देता था, उन्होंने पीछे देखे भी नहीं। मैंने पहले देखा ਜਿਹੜੇ ਗਾਰਡ ਸੀ ਮੁਸਲਮਾਨ ਵੀਰ ਸੀ, ਉਹਨਾਂ ਨੂੰ ਮਾਰਿਆ ਸੀ ਇਹਨਾਂ ਨੇ। ਅੱਛਾ। ਹਾਂਜੀ। ਤੇ ਦੂਜਾ ਜਿਹੜਾ ਇੱਕ 13 ਸਾਲ ਦਾ ਸਿੱਖ ਸੀ, ਉਹ ਵੀ ਸੇਵਾਦਾਰ ਸੀ, ਉਹਨੂੰ ਮਾਰੀ ਸੀ ਗੋਲੀ ਫੇਸ ਦੇ ਉੱਤੇ। ਜਿੱਥੇ ਆਪਾਂ ਪਹਿਲੇ ਕਰਦੇ ਹਾਂ ਗੁਰਦੁਆਰੇ ਦੇ, ਤੇ ਉੱਥੇ ਪੈਰਾਂ ਆਪ ਹੀ ਧੋ ਕੇ ਅੰਦਰ ਜਾਂਦੇ ਆ ਨਾ, ਤੇ ਉਹਦੇ ਵਿੱਚ ਪੂਰਾ ਟੋਟਲ ਉਹ ਬਲੱਡ ਦਾ ਭਰਿਆ ਸੀ। ਫਿਰ ਉਹਨਾਂ ਨੇ ਮਾਰਿਆ। ਫਿਰ ਤਾਂ ਹੀ ਮੈਂ ਰਿਅਲਾਈਜ਼ ਕੀਤਾ ਕਿ ਨਹੀਂ, ਕੁਛ ਅਟੈਕ ਹੋਇਆ। ਤੇ ਫਿਰ ਮੈਂ ਕਮਰੇ ਵਿੱਚ ਜਾ ਕੇ ਜਦੋਂ ਫੋਨ ਨਹੀਂ ਕੀਤਾ, 119 ਨੂੰ ਜਦੋਂ ਕਾਲ ਕੀਤਾ ਪੁਲਿਸ ਦੀ ਸਰਵਿਸ, ਤਾਂ ਉਹਦਾ ਫੋਨ ਕੰਮ ਹੀ ਨਹੀਂ ਕਰਦਾ ਸੀ। ਤਾਂ ਹੀ ਸਾਨੂੰ ਪਤਾ ਲੱਗਿਆ ਕਿ ਉਹ ਅਟੈਕ ਕਰਦਾ। ਜਦੋਂ ਅੰਦਰ ਗਿਆ ਤੇ ਜਿੰਨੇ ਵੀ ਸਿੰਘ ਸਿੰਘੜੀਆਂ ਸੀ ਉੱਥੇ, ਉਹਨਾਂ ਨੇ ਸ਼ਹੀਦ ਕੀਤੇ। ਮੇਰੇ ਫਾਦਰ ਜੀ ਜੋ ਹੈਡ ਗ੍ਰੰਥੀ ਸੀ, ਉਹਨਾਂ ਨੂੰ ਸ਼ਹੀਦ ਕੀਤਾ ਸੀ ਉੱਥੇ। ਮੇਰੇ ਭਤੀਜੇ ਜੋ 4 ਸਾਲ ਦੀ ਸੀ, ਤਾਨੀਆ ਕੌਰ, ਮੇਰੀ ਸਿਸਟਰ ਇਨ ਲਾ, ਤੇ ਹੋਰ ਸਿੰਘਾਂ ਨੂੰ ਉੱਥੇ ਸ਼ਹੀਦ ਕੀਤਾ ਸੀ। ਜਿਵੇਂ ਮੇਰਾ ਓਲਡਰ ਬ੍ਰਦਰ ਜਿਹੜਾ ਵੱਡੇ ਭਰਾ ਨੇ ਹਰਿੰਦਰ ਸਿੰਘ, ਤੇ ਮੇਰੀ ਮਮ ਉੱਥੇ ਪ੍ਰੈਜ਼ੈਂਟ ਨੇ, ਉਹਨਾਂ ਇੰਜਰਡ ਹੋਏ ਸਨ ਉੱਥੇ। ਉਹਦੇ ਬਾਅਦ
ਅਸੀਂ ਕਮਰੇ ਵਿੱਚ ਜਾ ਕੇ ਲੌਕ ਕੀਤਾ ਡੋਰ ਨੂੰ, ਆਪਾਂ ਉੱਥੇ ਹੀ ਹਾਈਡ ਹੋਏ ਸਾਂ। ਅੱਛਾ, ਉੱਥੇ ਲੁਕੇ ਸੀਗੇ। ਹਾਂਜੀ, ਤੇ ਉਹ ਜਦੋਂ ਅੰਦਰ ਹਾਲ ਵਿੱਚ ਜਾ ਕੇ ਸਾਰਿਆਂ ਨੂੰ ਸ਼ੂਟ ਕੀਤਾ ਗ੍ਰੇਨੇਡ ਬੋਮ ਦੇ ਨਾਲ, ਸਾਡੇ ਤੇ ਫਾਇਰਿੰਗ ਕਰਦਾ ਸੀ ਤੇ ਬਾਹਰ ਨਿਕਲੇ ਸੀ ਉਹ। ਬਸ ਸਰਚ ਕਰਦਾ ਜਾਂਦਾ ਸੀ ਹਰ ਇੱਕ ਪਾਸੇ, ਜਦੋਂ ਸਿੱਖ ਮਿਲੇ ਤਾਂ ਉਹ ਸ਼ੂਟ ਕਰਦੇ। ਜਿਵੇਂ ਸਾਡੇ ਉੱਤੇ ਵੀ ਆਇਆ ਤਾਂ ਲੌਕ ਸੀ ਡੋਰ, ਕੋਸ਼ਿਸ਼ ਕੀਤੀ ਕਈ ਵਾਰ ਉਹਨਾਂ ਨੇ ਕਿ ਐਂਟਰ ਕਰੇ ਤਾਂ ਡੋਰ ਲੌਕ ਸੀ, ਤਾਂ ਉਹਨਾਂ ਨੂੰ ਕੋਈ ਮਿਲੀ ਨਹੀਂ ਕਿ ਅੰਦਰ ਆ ਜਾਏ, ਕਿਉਂਕਿ ਅਸੀਂ ਉੱਥੇ ਹਾਈਡ ਸੀ। ਹੂੰ। ਸੋ ਤੇ ਸੋ ਉਸ ਚੀਜ਼ ਨੂੰ ਸਹਿਣਾ, ਦੇਖਣਾ, ਐਵਰੀਡੇ ਇਦਾਂ ਦੀਆਂ ਗੱਲਾਂ ਜਿਹੜਾ ਉਹ ਸੁਣਨਾ, ਮਨ ਕਾਫੀ ਨਿਰਾਸ਼ ਹੁੰਦਾ ਸੀਗਾ, ਦਿਲ ਟੁੱਟਿਆ ਰਹਿੰਦਾ ਸੀਗਾ ਵੀ ਯਾਰ ਆਪਾਂ ਕਿੱਦਾਂ ਦੇ ਥਾਂ ਦੇ ਉੱਤੇ ਆ। ਹਾਂਜੀ, ਜਿਵੇਂ 2018 ਤੇ ਅਟੈਕ ਹੋਇਆ ਤਾਂ ਥੋੜਾ ਫੇਅਰ ਸੀ ਸਿੱਖਾਂ ਦੇ ਮਨ ਵਿੱਚ, ਕਿਵੇਂ ਅਸੀਂ ਉੱਥੋਂ ਜਾਏ ਹਾਂ। ਜਦੋਂ ਇਹ ਅਟੈਕ ਰੀਸੈਂਟਲੀ ਜਦੋਂ ਹੋਇਆ 2020 25 ਮਾਰਚ ਨੂੰ, ਤਾਂ ਹੂੰ, ਫਿਰ ਹੋਰ ਵੀ ਵੱਧ ਗਿਆ। ਜਿਵੇਂ ਹੂੰ, ਤੁਹਾਨੂੰ ਦੱਸ ਦਿੱਤਾ ਕਿ ਅਟੈਕ ਦੂਸਰੇ ਦਿਨ ਤੇ ਜਦੋਂ ਅਸੀਂ ਸ਼ਹੀਦਾਂ ਦੀ ਪ੍ਰਾਣੀ ਨੂੰ ਸੰਸਕਾਰਨ ਲਈ ਲਿਜਾਂਦੇ ਸਨ, ਤਾਂ ਉੱਥੇ ਉਹਨਾਂ ਨੇ ਗੁਰਦੁਆਰੇ ਦੇ ਕੋਲ ਵੀ ਮਾਈਨ ਵਿਛਾਏ ਸਨ। ਅੱਛਾ। ਹਾਂਜੀ, ਤੇ ਜਦੋਂ ਜਿੱਥੇ ਸੰਸਕਾਰਨੀ ਦੀ ਜਗ੍ਹਾ ਉੱਥੇ ਵੀ ਉਹਨਾਂ ਨੇ ਲੈਂਡ ਮਾਈਨ ਵਿਛਾਏ ਸਨ। ਉਹਨਾਂ ਨੇ ਕਾਫੀ ਜਿਹੜੇ ਅਫਗਾਨਿਸਤਾਨ ਦੇ ਸਿੱਖ ਤੇ ਉਸ ਤੋਂ ਬਾਅਦ ਦਿਲ ਵਿੱਚ ਬਹੁਤ ਡਰ ਸੀ, ਹੂੰ, 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 ਐਨੀ ਮਿੰਟ ਐਨੀ ਸੈਕਿੰਡ ਕੁਝ ਵੀ ਹੋ ਸਕਦਾ ਸੀ। ਹੂੰ। ਕਿਆ ਸੋ ਇਹ ਹਮਲਾ ਉਦੋਂ ਆਈਸਿਸ ਵਾਲਿਆਂ ਨੇ ਕੀਤਾ ਸੀ, ਰਾਈਟ? ਰਿਸਪੌਂਸਿਬਿਲਿਟੀ ਉਹਨਾਂ ਨੇ ਚਾਹੀ ਸੀ। ਉਹਨਾਂ ਨੇ ਜਿਹੜੀ ਉਹ ਚੱਕੀ ਸੀ। ਹੁਣ ਆਪਾਂ ਉੱਥੇ ਦੇਖਦੇ ਹਾਂ, ਇਸ ਤੋਂ ਪਹਿਲਾਂ ਮੈਂ ਉੱਧਰ ਨੂੰ ਗੱਲ ਨੂੰ ਵਧਾਂ, ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਜੀ, ਤੁਹਾਡੇ ਪਿਤਾ ਜੀ, ਉਹਨਾਂ ਦੀ ਵੀ ਉਹ ਇਸ ਹਮਲੇ ਦੇ ਵਿੱਚ ਅਕਾਲ ਚਲਾਣਾ ਕਰ ਗਏ? ਜਦੋਂ ਅਫਗਾਨ ਫੋਰਸ ਆਏ ਤਾਂ ਸਾਨੂੰ ਰੈਸਕਿਊ ਕੀਤਾ ਉੱਥੇ, ਤਾਂ ਅਸੀਂ ਜਦੋਂ ਐਂਟਰ ਕੀਤਾ ਹਾਲ ਦੇ ਵਿੱਚ, ਜਦੋਂ ਇਹਨਾਂ ਨੇ ਅਟੈਕ ਕੀਤਾ ਸੀ ਤਾਂ ਸਾਨੂੰ ਪਤਾ ਲੱਗਿਆ ਜਿਵੇਂ ਜਿੰਨੇ ਵੀ ਸਿੱਖ ਗੁਰਦੁਆਰੇ ਵਿੱਚ ਨੇ ਉਹ ਸਿੰਘ ਸਿੰਘਣੀਆਂ, ਆਪਾਂ ਹੈ ਉਹ ਫੀਲ ਕਰਦੇ ਸੀ ਕਿ ਉਹ ਸਾਰੇ ਚਲੇ ਗਏ, ਹੂੰ, ਕਿਉਂਕਿ ਹੂੰ, ਜੋ ਅਸੀਂ ਉੱਥੇ ਸੁਣਦੇ ਸੀ ਉਹ ਗਨ ਫਾਇਰ ਤੇ ਬੌਂਬ ਬਲਾਸਟ ਵਗੈਰਾ ਚੀਜ਼ਾਂ, ਹੂੰ, ਅਸਾਂ ਫੀਲ ਕਰਦੇ ਸੀ ਕਿ ਕੋਈ ਵੀ ਨਹੀਂ ਬਚਿਆ ਉੱਥੇ। ਹੂੰ, ਜਦੋਂ ਆਪਾਂ ਅੰਦਰ ਐਂਟਰ ਕੀਤਾ ਹਾਲ ਦੇ ਵਿਚਕਾਰ, ਗੁਰਦੁਆਰੇ ਦੇ ਵਿਚਕਾਰ, ਤੇ ਜਦੋਂ ਮੈਂ ਦੇਖਿਆ ਪਹਿਲਾਂ ਮੇਰੇ ਫਾਦਰ ਦੀ ਬੋਡੀ ਸੀ ਉੱਥੇ, ਉਹਨਾਂ ਨੂੰ ਸ਼ਹੀਦ ਕੀਤਾ ਸੀ। ਜਦੋਂ ਅਪਸਟੇਅਰ ਆਪਾਂ ਗਏ ਉੱਥੇ ਤਾਂ ਸਿਸਟਰ ਇਨ ਲਾਅ ਨੂੰ ਦੇਖਿਆ ਤੇ ਹੋਰ ਜਿਹੜੇ ਸਿੰਘ ਸਿੰਘਾਂ ਨੇ, ਜਦੋਂ ਜਿਹੜੇ ਸਿੱਖਾਂ ਜਾਣਾ ਚਾਹੁੰਦੇ ਸੀ ਕਿ ਹਾਈਡ ਹੋ ਜਾਣ ਕਿੱਥੇ, ਉਹਨਾਂ ਨੂੰ ਵੀ ਮਾਰ ਦਿੱਤਾ ਸੀ। ਅੱਛਾ, ਜਦੋਂ ਆਪਾਂ ਰੈਸਕਿਊ ਹੋ ਗਏ ਤਾਂ ਵੀ ਜਾ ਕੇ ਅਸੀਂ ਹਾਲ ਦੇ ਵਿਚਕਾਰ ਦੇਖਿਆ ਕਿ ਆਪਾਂ ਦੇਖਿਆ ਹੂੰ। ਸੋ ਇਹ ਬੜਾ ਭਾਵਨਾਤਮਕ ਸਮਾਂ ਜਿਹੜਾ ਉਹ ਹੁੰਦਾ ਆ, ਪਰਿਵਾਰਕ ਜੀ ਦਾ, ਪਿਤਾ ਦਾ, ਜਿਹੜਾ ਉਹ ਆਪਣੇ ਸਾਹਮਣੇ ਜਿਹੜਾ ਉਹ ਚਲੇ ਜਾਣਾ। ਬੰਦੇ ਦੇ ਦਿਮਾਗ 'ਚ ਕਈ ਤਰੀਕੇ ਦੇ ਖਿਆਲਾਤ, ਉਦੋਂ ਗੱਲਾਂ ਜਿਹੜੀਆਂ ਇਸ ਦੇ ਵਿੱਚ ਆਉਂਦੀਆਂ ਆ। ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ ਤੁਹਾਡੇ ਨਾਲ, ਤੁਹਾਡੇ ਪਰਿਵਾਰ ਦੇ ਨਾਲ, ਬਾਕੀ ਵੀ ਉਹਨਾਂ ਸਾਰੇ ਪਰਿਵਾਰਾਂ ਦੇ ਨਾਲ ਜਿਨ੍ਹਾਂ ਦਾ ਜੀ ਅਜਿਹੇ ਹਮਲਿਆਂ ਦੇ ਵਿੱਚ ਚਲੇ ਗਏ ਆ। ਸੋ ਕੁਲਵਿੰਦਰ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਹੁਣ ਜਿੱਦਾਂ ਆਈਸਿਸ ਵਾਲਿਆਂ ਨੇ ਜ਼ਿੰਮੇਵਾਰੀ ਲਈ, ਉੱਥੇ ਤਾਲਿਬਾਨ ਵਾਲੇ ਸੀਗੇ ਵੀ, ਆਮ ਮੁਸਲਿਮ ਵੀ ਸੀ, ਅਫਗਾਨੀ ਫੋਰਸਿਸ ਵੀ ਸੀਗੀਆਂ, ਬੜਾ ਕੁਛ ਸੀਗਾ। ਸੋ ਤੁਹਾਨੂੰ ਕੁਛ ਇੱਦਾਂ ਪਤਾ ਲੱਗ ਜਾਂਦਾ ਸੀਗਾ ਵੀ ਇਹ ਬੰਦਾ ਕਿੱਦਾਂ ਦੇ ਖਿਆਲਾਤ ਵਾਲਾ ਆ, ਇਹ ਹਮਦਰਦੀ ਰੱਖਦਾ ਆ ਸਿੱਖਾਂ ਨਾਲ ਜਾਂ ਨਹੀਂ ਰੱਖਦਾ, ਜਾਂ ਸਾਰੇ ਦੇ ਸਾਰੇ ਹੀ ਉਹਨਾਂ ਦਾ ਇੱਕੋ ਜਿਹਾ ਹੀ ਨਜ਼ਰੀਆ ਸੀ ਉੱਥੇ? ਮੈਂ ਤਾਂ ਇਹੋ ਕਹਿਣਾ ਕਿ ਸਾਰਿਆਂ ਦਾ ਕੁਛ ਨਹੀਂ ਕਹਿ ਸਕਦਾ, ਲੇਕਿਨ ਨਜ਼ਰੀਆ ਉਹਨਾਂ ਦਾ ਇੱਕੋ ਹੀ ਹੈ। ਮਾਈਨੋਰਿਟੀਜ਼ ਦਾ ਜਿਵੇਂ ਤੁਹਾਨੂੰ ਪਤਾ ਹੈ ਹੁਣ ਮਾਈਨੋਰਿਟੀ ਤੇ ਬਹੁਤ ਮੁਸ਼ਕਲਾਤ ਹਨ, ਹੂੰ, 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 ਹੂੰ। ਤੇ ਉਹਨਾਂ ਦਾ ਇੱਕੋ ਹੀ ਹੈ ਕਿ ਬਸ ਖਤਮ ਕਰਨਾ ਚਾਹੁੰਦੇ ਨੇ ਵੀ ਮਾਈਨੋਰਿਟੀ। ਸਿਰਫ ਉਹ ਇਕੱਲੇ ਹੀ ਰਹਿਣਾ ਚਾਹੁੰਦੇ ਆ ਉੱਥੇ। ਹਾਂਜੀ, ਤੇ ਜਿਹੜੀਆਂ ਅਮਰੀਕੀ ਫੌਜਾਂ ਸੀਗੀਆਂ ਉਸ ਟਾਈਮ ਦੇ ਉੱਤੇ, ਜਾਂ ਹੋਰ ਨਾਟੋ ਦੀਆਂ ਦੂਜੇ ਮੁਲਕਾਂ ਦੀਆਂ ਜਿਹੜੀਆਂ ਵੈਸਟਰਨ ਫੌਜਾਂ ਸੀਗੀਆਂ, ਉਸ ਦੇ ਨਾਲ ਕੀ ਜਿੱਦਾਂ ਤੁਸੀਂ ਰਹਿ ਰਹੇ ਆਮ ਉੱਥੇ ਲੋਕ ਰਹਿ ਰਹੇ ਸੀ, ਉਹਨਾਂ ਨੂੰ ਲੱਗਦਾ ਸੀਗਾ ਵੀ ਸਾਨੂੰ ਕੋਈ ਸਹਾਰਾ ਹੈਗਾ? ਜਦੋਂ ਤੱਕ ਉਹਨਾਂ ਸੀ ਤਾਂ ਤੇ ਕਾਫੀ ਉਹਨਾਂ ਵੀ ਜਿਹੜੇ ਨੈਟੋ ਨੇ, ਯੂਐਸ ਆਰਮੀ ਨੇ, ਉੱਥੇ ਵੀ ਉਹਨਾਂ ਰਹਿ ਕੇ ਵੀ ਕਦੇ ਕਦੇ ਹਮਲੇ ਹੋ ਸਕਦੇ ਸਨ, ਤਾਂ ਉਹਨਾਂ ਵੀ ਇਹੋ ਫੀਲ ਕਰਦੇ ਸਨ। ਜਦੋਂ ਉਹਨਾਂ ਨੇ ਵਿਡਰੋ ਕੀਤਾ ਤਾਂ ਕਾਫੀਆਂ ਦੀ ਉਮੀਦਾਂ ਟੁੱਟ ਗਈਆਂ ਉੱਥੇ। ਹੂੰ, ਕਾਫੀਆਂ ਠੀਕ ਨੇ ਹੈ। ਕਿਹਾ ਕਿ ਅਸੀਂ ਪਹਿਲੇ ਅਗਰ 50% ਜਾਂ 60% ਸੇਫ ਥੇ, ਹਾਲੇ ਤਾਂ 100% ਸੇਫ ਹੀ ਨਹੀਂ ਹੈ। ਹੂੰ, 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 ਵੀ ਕੋਈ। ਤੇ ਤੁਸੀਂ ਫਿਰ ਜਿੱਦਾਂ ਇਹ ਮਾਈਨੋਰਟੀਜ਼, ਜਿੱਦਾਂ ਤੁਸੀਂ ਹੁਣ ਥੋੜ੍ਹੇ ਰਹਿੰਦੇ ਸੀ, ਥੋੜ੍ਹੇ ਪਰਿਵਾਰ ਸੀ, ਤੁਸੀਂ ਆਪਣੀ ਸੁਰੱਖਿਆ ਦੇ ਲਈ ਵੀ ਕੁਛ ਹਥਿਆਰ ਜਾਂ ਏਦਾਂ ਦੀਆਂ ਚੀਜ਼ਾਂ ਰੱਖਦੇ ਹੁੰਦੇ ਸੀਗੇ ਜਾਂ ਅਲਾਊਡ ਸੀਗਾ?
ਗੁਰਦੁਆਰੇ ਵਿੱਚ ਅਟੈਕ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਜਦੋਂ 25 ਮਾਰਚ ਨੂੰ ਅਟੈਕ ਹੋਇਆ ਤਾਂ ਗਵਰਨਮੈਂਟ ਨੇ ਕਾਫੀ ਪੁਲਿਸ ਵਗੈਰਾ ਉੱਥੇ ਦਿੱਤੇ ਸਨ ਸੁਰੱਖਿਆ ਲਈ। ਤਾਂ ਗੱਲ ਹੈ ਕਿ ਜਦੋਂ ਅਟੈਕ ਕਰਨ ਵਾਲਾ ਹੋਏ ਤਾਂ ਉਹਨਾਂ ਨੂੰ ਕੀ ਕਰ ਸਕਦਾ ਹੈ, ਅਟੈਕ ਤਾਂ ਹੋਣਾ ਹੀ ਹੈ। ਤਾਂ ਕਾਫੀ ਇੱਕ 2-3 ਬੰਦੇ ਦਿੱਤੇ ਸਨ ਉਹਨਾਂ ਨੇ ਗੁਰੂ ਰਾਜਸਥਾਨ ਦੇ ਗੁਰਦੁਆਰੇ, ਜਿਵੇਂ ਹੋਰ ਗੁਰਦੁਆਰੇ ਸਨ ਉੱਥੇ ਉਹਨਾਂ ਨੇ ਦਿੱਤੀ ਸੀ। ਤਾਂ ਇਹੋ ਦੱਸਦਾ ਮੈਂ ਕਿ ਅਟੈਕ ਕਰਨ ਵਾਲਾ ਜੋ ਹੋਵੇ ਤਾਂ ਉਹ 2-3 ਜਾਂ 4 ਬੰਦੇ ਦੇਖਦੇ ਹੀ ਨਹੀਂ, ਉਹ ਤਾਂ ਸਾਰੀ ਤਿਆਰੀ ਕਰਕੇ ਹੀ ਆਉਂਦਾ। ਤੇ ਹੁਣ ਉੱਥੇ ਕਿੰਨੇ ਕੁ ਜਾਣੇ ਰਹਿ ਗਏ ਆ, ਕਿੰਨੇ ਕੁ ਪਰਿਵਾਰ ਆ, ਤੁਹਾਨੂੰ ਕੁਝ ਅੰਦਾਜ਼ਾ ਹੈ? ਤਕਰੀਬਨ 80 ਬੰਦੇ ਰਹਿ ਗਏ ਨੇ, ਪਰਿਵਾਰ ਨਹੀਂ 80 ਬੰਦੇ ਰਹਿ ਗਏ। ਹੁਣ ਰੀਸੈਂਟਲੀ ਇੱਕ ਹੋਰ ਗੁਰਦੁਆਰਾ ਸਾਹਿਬ ਕਰਤੇ ਆਮ ਜਿਹੜਾ ਉੱਥੇ ਵੀ ਇਸ ਤਰੀਕੇ ਦੇ ਨਾਲ ਉਹ ਹੋਇਆ ਸੀ, ਆਪਾਂ ਦੇਖਿਆ ਸੀਗਾ। ਸੋ ਉੱਥੇ ਹੀ ਸਿਰਫ ਹੁਣ ਇਹ ਕਾਬੁਲ ਦੇ ਇਰਦ ਗਿਰਦ ਆ ਜਾਂ ਇਹ ਕਿੱਥੇ ਪੈਂਦਾ ਹੈ ਇਲਾਕਾ, ਉੱਥੋਂ ਕਿੰਨੀ ਦੂਰ ਆ? ਉਹ ਕਰਤੇ ਪਰਵਾਨ ਨੇ ਜੀ ਕਾਬੁਲ ਦੇ ਇਲਾਕੇ 'ਚ ਜਿਹੜੇ ਗੁਰਦੁਆਰਾ ਗੁਰੂ ਰਾਜਸਥਾਨ ਦਾ ਹੈ, ਉਹ ਉੱਥੋਂ ਤਕਰੀਬਨ ਇੱਕ 20 ਮਿੰਟ ਦਾ ਰਸਤਾ ਹੈ ਦੂਰ। ਠੀਕ ਆ ਉੱਥੋਂ। ਤੇ ਹੁਣ ਜਿੰਨੇ ਸਿੱਖ ਰਹਿ ਗਏ ਆ ਤਕਰੀਬਨ ਉੱਥੇ ਹੀ ਆ ਜਾਂ ਕਿਸੇ ਹੋਰ ਥਾਂ ਦੇ ਉੱਤੇ ਵੀ ਅਫਗਾਨਿਸਤਾਨ ਦੇ ਵਿੱਚ ਰਹਿੰਦੇ ਨੇ ਸਿੱਖ? ਕਾਫੀ ਪਰਵਾਨੇ 'ਚ ਹੀ ਰਹਿੰਦੇ ਨੇ। ਗੁਰਦੁਆਰਾ ਜਿਹੜਾ ਜਦੋਂ ਅਟੈਕ ਹੋਇਆ ਪਹਿਲੇ ਤਾਂ ਉੱਥੇ ਕਾਫੀ ਫੈਮਿਲੀ ਰਹਿੰਦੀ ਸੀ ਕਾਫੀ ਪਰਵਾਨ ਦੇ ਗੁਰਦੁਆਰੇ, 1-2-3 ਫੈਮਿਲੀ ਉੱਥੇ ਰਹਿੰਦੀ ਸੀ ਸੇਵਾ ਕਰਨ ਲਈ। ਜਦੋਂ ਅਟੈਕ ਹੋਇਆ ਤਾਂ ਉਸ ਤੋਂ ਬਾਅਦ ਹਲੇ ਉਹਦੇ ਨੇੜੇ ਹੀ ਰਹਿੰਦੇ ਨੇ, ਅੰਦਰ ਸੇਵਾਦਾਰ ਹੈ ਨੇ ਲੇਕਿਨ ਅੰਦਰ ਹਾਲੇ ਗੁਰਦੁਆਰੇ ਦੇ ਵਿਚਕਾਰ ਕੋਈ ਨਹੀਂ ਹੈ, ਨੇੜੇ ਹੀ ਉੱਥੇ ਸਿਰਫ ਕਾਫੀ ਪਰਵਾਨੇ 'ਚ ਹੈ ਨੇ। ਸੋ ਇਸ ਹਮਲੇ ਤੋਂ ਬਾਅਦ ਕੁਲਵਿੰਦਰ ਤੁਸੀਂ ਤੁਹਾਡੇ ਪਰਿਵਾਰ ਨੇ ਉਦੋਂ ਤੁਹਾਡਾ ਫਿਰ ਇਸ ਸਿਕੂਲੇਸ਼ਨ ਦੇ ਨਾਲ ਜਾਂ ਤੁਸੀਂ ਜਦੋਂ ਅੰਬੈਸੀ ਦੇ ਲਈ ਇੰਟਰਪ੍ਰੀਟਰ ਦਾ ਕੰਮ ਕਰਦੇ ਸੀਗੇ, ਕੀ ਫਿਰ ਤੁਸੀਂ ਅੰਬੈਸੀ ਨੂੰ ਇਹ ਕੁਝ ਕਿਹਾ ਵੀ ਸਾਨੂੰ ਇੱਥੋਂ ਲੈ ਕੇ ਜਾਣ ਦੇ ਵਿੱਚ ਮਦਦ ਤੁਸੀਂ ਜਿਹੜੀ ਉਹ ਕਰੋ? ਸੋ ਫਿਰ ਤੁਹਾਡਾ ਕੀ ਅੱਗੇ ਫਿਰ ਤੁਸੀਂ ਕਿੰਨੇ ਚਿਰ ਬਾਅਦ ਇਸ ਪ੍ਰੋਸੈਸ ਵੱਲ ਨੂੰ ਆਏ? ਹਾਂਜੀ ਮੈਂ ਤਾਂ ਤੁਹਾਨੂੰ ਦੱਸਿਆ ਕਿ ਜਿਵੇਂ ਅਫਗਾਨਿਸਤਾਨ ਦੇ ਜਿਹੜੇ ਸਿੱਖ ਤੇ ਹਿੰਦੂ ਦੇ ਪ੍ਰੋਬਲਮਸ ਨੇ ਸ਼ੇਅਰ ਕਰਦਾ ਸੀ। ਜਦੋਂ ਅਟੈਕ ਹੋਇਆ ਤੇ ਮੈਨੇ ਕਾਫੀ ਮਿਲਣਾ ਪਾਏ ਸੀ ਉੱਥੇ, ਤੇ ਹਾਂਜੀ ਮੈਨੇ ਅਪੀਲ ਕੀਤੀ ਸੀ ਜਿਹੜੇ ਸਿੱਖ ਕੋਲੂਸ਼ਨ ਦੇ ਤੇਰੀ ਸਾਹਿਬ ਤੇ ਇਹਨਾਂ ਦੀ ਹੈਲਪ ਦੇ ਨਾਲ ਸਾਡਾ ਪ੍ਰੋਸੈਸ ਜਿਹੜਾ ਕੇਸ ਸੀ ਉਹ ਅੱਗੇ ਹਾਈ ਕਰਕੇ ਆਪਾਂ ਇੱਥੇ ਆਏ ਹਾਂ। ਅਪੀਲ ਕੀਤੀ ਸੀ ਮੈਂ US ਐਮਬੈਸੀ ਤੋਂ ਸਾਨੂੰ ਹੈਲਪ ਕਰਨ ਲਈ। ਜੀ ਗੁਰੂ ਸਾਹਿਬਾਨ 1500 ਤੋਂ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਰਹੇ ਆ, ਇਤਿਹਾਸਿਕ ਸਥਾਨ ਹੈਗੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਆ। ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਉੱਥੇ ਜਿੱਦਾਂ ਦੇ ਹਾਲਾਤ ਬਣਾ ਦਿੱਤੇ ਗਏ ਆ ਵੀ ਇੱਦਾਂ ਮਾਈਨੋਰਟੀਜ਼ ਦੇ ਰਹਿਣਾ ਜਿਹੜਾ ਬੜਾ ਮੁਸ਼ਕਿਲ ਜਿਹੜਾ ਬਣਿਆ ਪਿਆ ਆ, ਬੜੇ ਦੂਰ ਜਿਹੜਾ ਆ ਸਾਨੂੰ ਉਹਨਾਂ ਥਾਵਾਂ ਤੋਂ ਜਿਹੜਾ ਉਹ ਕੀਤਾ ਗਿਆ ਆ। ਸੋ ਜਿਹੜਾ ਹੁਣ ਤੁਸੀਂ ਦੇਖਦੇ ਆ ਵੀ ਤਾਲਿਬਾਨ ਦਾ ਜਿਹੜਾ ਉਹ ਆ ਗਏ ਆ ਉੱਥੇ, ਜਾਂ ਪਹਿਲਾਂ ਜਿੱਦਾਂ ਅਮਰੀਕਨ ਫੋਰਸਿਸ ਸੀਗੀਆਂ, ਦੂਜੀਆਂ ਫੋਰਸਿਸ ਸੀਗੀਆਂ, ਲੱਗਦਾ ਵੀ ਕੋਈ ਹਾਲਾਤ ਉੱਥੇ ਅਫਗਾਨਿਸਤਾਨ ਦੇ ਵਿੱਚ ਮਾਈਨੋਰਟੀਜ਼ ਦੇ ਲਈ ਕਦੀ ਸੁਧਰ ਸਕਦੇ ਨੇ? ਉਮੀਦ ਨਹੀਂ ਹੈ ਕੁਝ ਵੀ। ਅੱਛਾ, ਕੁਝ ਉਮੀਦ ਨਹੀਂ ਹੈ। ਤੇ ਤੁਹਾਡੀਆਂ ਫਿਰ ਇਹ ਕੋਸ਼ਿਸ਼ਾਂ ਆ ਵੀ ਜਿਹੜੇ ਬਾਕੀ ਰਹਿ ਗਏ ਆ ਉਹਨਾਂ ਨੂੰ ਵੀ ਉੱਥੋਂ ਲੈ ਆਉਣਾ? ਹਾਂਜੀ ਸੋ ਕੋਸ਼ਿਸ਼ ਕਰ ਰਹੇ ਨੇ, ਸੰਤਾਵਾਂ ਕੋਸ਼ਿਸ਼ ਕਰ ਰਹੇ ਨੇ। ਨਹੀਂ ਤੁਸੀਂ ਬਹੁਤ ਦੇਖੋ ਜੀ ਸਫ਼ਰ ਕੀਤਾ ਆ ਇਸ ਪਰਿਵਾਰ ਨੇ, ਜਿੱਦਾਂ ਇਹਨਾਂ ਨੇ ਦੱਸਿਆ ਵੀ ਗੁਰੂ ਹਰ ਰਾਏ ਗੁਰੂ ਘਰ ਦੇ ਵਿੱਚ ਜਦੋਂ ਇਹ ਹਮਲਾ ਹੋਇਆ ਸੀਗਾ ਉਸ ਦੌਰਾਨ ਇਹਨਾਂ ਦੇ ਪਿਤਾ ਜੀ ਉਸ ਧਮਾਕੇ ਦੇ ਵਿੱਚ ਅਕਾਲ ਚਲਾਣਾ ਕਰਕੇ ਪਰਿਵਾਰ ਦੇ ਹੋਰ ਜੀ ਤੇ ਹੋਰ ਕਿੰਨੇ ਜਾਣੇ ਕੁੱਲ ਉੱਥੇ ਪੰਜਾਬੀ ਸੀਗੇ, ਸਿੱਖ ਸੀਗੇ ਜਿਨ੍ਹਾਂ ਦੀਆਂ ਉੱਥੇ ਸ਼ਹਾਦਤਾਂ ਹੋਈਆਂ, ਮੌਤਾਂ ਹੋਈਆਂ ਆ, ਤੇ ਹੌਲੀ ਹੌਲੀ ਫਿਰ ਉੱਥੋਂ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਗਏ ਆ। ਸੋ ਪਰਮਜੀਤ ਜੀ ਮੈਂ ਤੁਹਾਡੇ ਵੱਲ ਜੇ ਮੁੜ ਕੇ ਗੱਲਬਾਤ ਜਿਹੜੀ ਉਹ ਕਰਾਂ, ਸੋ ਜਦੋਂ ਤੁਹਾਨੂੰ ਇਹ ਫਿਰ ਪਤਾ ਲੱਗਾ ਵੀ ਇੱਕ ਪਰਿਵਾਰ ਨੂੰ ਹਰ ਇੱਕ ਨੇ ਜਿਹੜਾ ਇਹ ਫੈਸਲਾ ਲਿਆ ਵੀ ਅਸੀਂ ਭਾਈ ਉੱਥੋਂ ਲੈ ਕੇ ਜਿਹੜਾ ਉਹ ਆਉਣਾ ਆ, ਸੋ ਹੁਣ ਤੁਹਾਡੇ ਇਲਾਕੇ ਦੇ ਵਿੱਚ ਇੱਥੇ ਲੌਂਗ ਆਈਲੈਂਡ ਵਾਲੇ ਇਲਾਕੇ ਦੇ ਵਿੱਚ ਕਿੰਨੇ ਕੁ ਅਫਗਾਨੀ ਪਰਿਵਾਰ ਰਹਿ ਰਹੇ ਨੇ ਇਸ ਟਾਈਮ? ਦੇਖੋ ਇਸ ਤਰ੍ਹਾਂ ਕਿ ਜਿਹੜੇ ਸਾਡੇ ਲੌਂਗ ਆਈਲੈਂਡ ਦੇ ਪਰਿਵਾਰ ਹੈਗੇ ਨੇ ਅਫਗਾਨਿਸਤਾਨ ਦੇ, ਜੋ ਸਿੱਖ ਫੈਮਿਲੀਜ਼ ਹੈਗੀ ਨੇ ਤਕਰੀਬਨ 50 to 60, ਤੇ ਇਨ ਕਾਊਂਟ ਮੈਂ ਕਹਾਂਗਾ ਤਕਰੀਬਨ 230-240 ਬੰਦੇ ਹੈਗੇ ਨੇ ਟੋਟਲ। ਪਰ ਇਸ ਤੋਂ ਇਲਾਵਾ ਸਾਡੀ ਹਿੰਦੂ ਕਮਿਊਨਿਟੀ ਜਿਹੜੀ ਹੈਗੀ ਅਫਗਾਨਿਸਤਾਨ ਦੀ, ਕਿਉਂਕਿ ਸਾਡਾ ਗੁਰੂ ਨਾਨਕ ਦਰਬਾਰ ਗੁਰੂ ਘਰ ਹੈ, ਉਹਦੇ ਨਜ਼ਦੀਕ ਹੀ ਆਸਾ ਬਾਈ ਮੰਦਿਰ ਹੈ ਜਿਹੜਾ ਕਿ ਅਫਗਾਨੀ ਹਿੰਦੂਆਂ ਨੇ ਬਣਾਇਆ ਹੈ। ਸੋ ਪਾਕਿਸਤਾਨ ਹਿੰਦੂਆਂ ਦੇ ਜਿਹੜੇ ਹੈਗੇ ਨੇ ਪਰਿਵਾਰ, ਉਹਨਾਂ ਦੀ ਟੋਟਲ ਮੈਂਬਰਾਂ ਦੀ ਕਾਊਂਟਿੰਗ ਤਕਰੀਬਨ 700 ਦੇ ਕਰੀਬ ਹੈਗੀ ਹੈ ਜਿਹੜੇ ਰਹਿੰਦੇ ਨੇ। ਇਹ ਜਿਹੜੀ ਇੱਥੋਂ ਦੀ ਗੱਲ ਹੈ। ਸੋ ਇੱਕ ਇਹ ਪਰਿਵਾਰ ਜਿਹੜਾ 13 ਬੰਦਾ ਦਾ ਆ ਗਿਆ ਹੈ, ਹੋਰ ਵੀ ਅਸੀਂ ਤੇ
ਅਪੀਲ ਕਰ ਰਹੇ ਹਾਂ ਅਮਰੀਕਨ ਗਵਰਨਮੈਂਟ ਨੂੰ, ਕਿਉਂਕਿ ਅੱਜ 1 ਸਾਲ ਹੋ ਗਿਆ ਵਿਡਰਾ ਦਾ ਉਹਨਾਂ ਦਾ। ਜੀ, ਜੀ। ਇਹਨਾਂ ਦਾ ਫਰਜ਼ ਬਣਦਾ ਕੋਈ ਜਿਹੜੀ ਮਿਨੋਰਟੀਜ਼ ਉੱਥੇ ਰਹਿ ਗਈਆਂ ਸੀਗੀਆਂ, ਹੈਂ, ਉਹਨਾਂ ਨੂੰ ਪਹਿਲਾਂ ਕੱਢਿਆ ਜਾਂਦਾ ਤੇ ਫਿਰ ਨਿਕਲਦੇ ਉੱਥੋਂ। ਇਹਨਾਂ ਦੇ ਜੋ ਸਿਸਟਮ ਹੁੰਦੇ ਨੇ, ਇਹਨਾਂ ਨੇ ਆਪਣਾ ਸਿਸਟਮ ਦੇਖਣਾ ਹੁੰਦਾ ਹੈ। ਲੇਕਿਨ ਵਾਹਿਗੁਰੂ ਦਾ ਸ਼ੁਕਰ ਹੈ ਕਿ ਇੱਕ ਪਰਿਵਾਰ ਘੱਟੋ ਘੱਟ ਇੱਥੇ ਪਹੁੰਚਿਆ ਹੈ ਤੇ ਹੋਰਾਂ ਦੀ ਵੀ ਦੇਖੋ ਕੋਸ਼ਿਸ਼ ਕਰ ਰਹੇ ਆ, ਅਗਰ ਕੁਝ ਪਰਿਵਾਰ ਆ ਸਕਣ ਤਾਂ ਸਾਨੂੰ ਬੜੀ ਖੁਸ਼ੀ ਦੀ ਗੱਲ ਹੋਏਗੀ। ਕਿੰਨੀ ਕੁ ਰੈੱਡ ਟੇਪ ਜਾਂ ਬਿਊਰੋਕ੍ਰੇਸੀ ਜਾਂ ਬਿਊਰੋਕ੍ਰੈਟਿਕ ਹਰਡਲਸ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜਦੋਂ ਇਹ ਪ੍ਰੋਸੈਸ ਚੱਲ ਰਿਹਾ ਸੀਗਾ ਇਸ ਪਰਿਵਾਰ ਨੂੰ ਇੱਥੇ ਲੈ ਕੇ ਆਉਣ ਦੇ ਲਈ? ਦੇਖੋ, ਅਗਰ ਇਸ ਪਰਿਵਾਰ ਦੀ ਗੱਲ ਕਰੀਏ ਤੇ ਇਹਦੇ ਵਿੱਚ ਅਸੀਂ ਸਿੱਖ ਕਮਿਸ਼ਨ ਦੀ ਐਡਵਾਈਸ ਦੇ ਉੱਤੇ ਬਿਲਕੁਲ ਸੀਕ੍ਰੇਟ ਰੱਖਿਆ ਸੀ ਇਹਨਾਂ ਨੂੰ। ਠੀਕ ਹੈ। ਸਾਨੂੰ ਕੋਈ ਕਠਿਨਾਈਆਂ ਨਹੀਂ ਆਈਆਂ ਸਾਨੂੰ ਬਿਲਕੁਲ। ਓਕੇ। ਇਹ ਵੀ ਆ ਚੁੱਕੇ ਸੀਗੇ ਸਾਡੇ ਉਸ ਪ੍ਰੋਗਰਾਮ ਦੇ ਅੰਡਰ। ਉਸ ਪ੍ਰੋਗਰਾਮ ਦੀ ਇੱਕ ਬੜੀ ਖੂਬਸੂਰਤੀ ਤੁਹਾਨੂੰ ਮੈਂ ਦੱਸ ਦਵਾਂ, ਜਿਹੜਾ ਮਾਈ ਫੈਮਿਲੀ ਮਾਈ ਰਿਸਪੌਂਸਿਬਿਲਿਟੀ, ਉਹ ਜੀ। ਦਰਸ਼ਕਾਂ ਨੂੰ ਕਈ ਵਾਰੀ ਹੁੰਦਾ ਕਿ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਹੈਲਪ ਹੋਈ ਬਿਲਕੁਲ। ਫੈਮਿਲੀ ਦੀ। ਖੂਬਸੂਰਤੀ ਹੈ, ਸੇਠੀ ਸਾਹਿਬ ਨੇ ਪਹਿਲੇ ਦਿਨ ਹੀ ਕਹਿਤਾ ਸੀਗਾ, ਮੇਰੀ ਡਿਸਕਸ਼ਨ ਹੋਈ ਉਹਨਾਂ ਨਾਲ ਕਿ ਵੀ ਦੇਖੋ ਅਸੀਂ ਇਸ ਹੈਲਪ ਦੇ ਲਈ ਕੋਈ ਪੈਸਾ ਇਕੱਠਾ ਨਹੀਂ ਕਰਨਾ। ਉਹ ਜਿੰਨੀਆਂ ਫੈਮਲੀਆਂ ਦੀ ਪਿਛਲੇ 2 ਸਾਲਾਂ ਤੋਂ ਹੈਲਪ ਹੋ ਰਹੀ ਹੈ, ਇਹਨਾਂ ਨੂੰ ਘਰ ਲੈ ਕੇ ਦਿੱਤੇ ਗਏ ਨੇ ਕਿਰਾਏ ਤੇ, ਇਹਨਾਂ ਨੂੰ ਰਾਸ਼ਨ ਦੇ ਪੈਸੇ ਦਿੱਤੇ ਜਾਂਦੇ ਨੇ, ਇਲਾਜ ਲਈ ਦਿੱਤੇ ਜਾਂਦੇ ਨੇ, ਇੱਕ ਸਰਟਨ ਅਮਾਉਂਟ ਦਿੱਤਾ ਜਾਂਦਾ ਹੈ। ਠੀਕ ਹੈ। ਇਸ ਪ੍ਰੋਜੈਕਟ ਦੀ ਇਹ ਹੈ ਕਿ ਇਹਦੇ ਵਿੱਚ $1 ਵੀ ਅਸੀਂ ਕਿਸੇ ਕੋਲੋਂ ਇੱਕ ਪੈਸਾ ਇਕੱਠਾ ਨਹੀਂ ਕੀਤਾ। ਸਪੌਂਸਰ ਕਿੱਦਾਂ ਹੋਏ ਨੇ ਕਿ ਪਰਸਨ ਟੂ ਪਰਸਨ, ਜਿਹੜਾ ਸਪੌਂਸਰ ਸੀਗਾ ਉਹਨੂੰ ਬੰਦਾ ਮਿਲਾਤਾ, ਕੁਲਵਿੰਦਰ ਦੀ ਫੈਮਿਲੀ ਮਿਲਾਤੀ। ਸੋ ਉਹ ਜਿਹੜੀ ਉਹ ਫੈਮਿਲੀ ਸੀਗੀ, ਉਹ ਕੁਲਵਿੰਦਰ ਸਿੰਘ ਨੂੰ, ਇਹਨਾਂ ਦੀ ਫੈਮਿਲੀ ਨੂੰ ਡਾਇਰੈਕਟ ਪੈਸੇ ਭੇਜਦੇ ਰਹੇ। ਅੱਛਾ, ਉੱਥੇ ਠੀਕ ਹੈ। ਦੇ ਥਰੂ। ਸੋ ਜਿੱਦਾਂ ਵੀ ਇਹ ਹੈਲਪ ਹੋਈ ਪਿਛਲੇ 2 ਸਾਲਾਂ ਤੋਂ ਹੋ ਰਹੀ ਹੈ, ਕੋਈ ਫੰਡਿੰਗ ਨਹੀਂ ਹੋਈ, ਕੋਈ ਫੰਡ ਰੇਜ਼ਿੰਗ ਨਹੀਂ ਕੀਤੀ ਗਈ। ਇਹ ਖੂਬਸੂਰਤੀ ਹੈ ਇਸ ਚੀਜ਼ ਦੀ। ਉਹ ਡਾਇਰੈਕਟ ਜਿਹੜੇ ਸਪੌਂਸਰਾਂ ਨੇ ਆਪਣੀਆਂ ਫੈਮਲੀਆਂ ਦੀ ਹੈਲਪ ਕੀਤੀ ਹੈ, ਔਰ ਅਜੇ ਤੱਕ ਉਹ ਹੈਲਪ ਚੱਲਦੀ ਪਈ ਹੈ ਇਹਦੇ ਵਿੱਚ। ਸੋ ਜਿਹੜੇ ਅਜੇ ਵੀ ਪਰਿਵਾਰ ਉੱਥੇ ਬਚੇ ਆ, ਸੋ ਮਾਈ ਫੈਮਿਲੀ ਮਾਈ ਰਿਸਪੌਂਸਿਬਿਲਿਟੀ ਦੇ ਅੰਡਰ ਉਹਨਾਂ ਦੀ ਮਦਦ ਚੱਲ ਰਹੀ ਹੈ। ਹਾਂਜੀ, ਉਹਦੇ ਵਿੱਚ ਹੀ ਸਾਡੀ ਕੱਲ ਰਾਤੀ ਗੱਲ ਹੋਈ ਹੈ, ਜਿਹੜੇ ਪਰਿਵਾਰ ਜਿਹੜੇ ਆਪਣੇ ਅਫਗਾਨਿਸਤਾਨ ਤੋਂ ਆਉਣਗੇ, ਠੀਕ ਹੈ, ਉਹਦੇ ਵਿੱਚ ਵਿਕਰਮਜੀਤ ਸਿੰਘ ਸਾਨੀ ਜੀ ਜਿਹੜੇ ਹੈਗੇ ਨੇ, ਉਹ ਸਾਰੇ ਪਰਿਵਾਰਾਂ ਨੂੰ, ਜਿਹੜੇ ਕੁਝ ਆ ਵੀ ਚੁੱਕੇ ਨੇ, ਤਕਰੀਬਨ 60-65 ਬੰਦੇ, 130 ਬੰਦੇ ਹੈਗੇ ਨੇ, 26 ਫੈਮਲੀਆਂ ਨੇ। ਇਹਨਾਂ ਫੈਮਲੀ ਦੀ ਹੈਲਪ ਰਾਤੀ ਮੇਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿੱਲੀ ਦੇ ਵਿੱਚ ਆਪਣਾ ਜਿਹੜੇ ਅਫਗਾਨੀ ਗੁਰਦੁਆਰੇ ਨੇ, ਔਰ ਵਿਕਰਮਜੀਤ ਸਾਨੀ ਨਾਲ ਗੱਲ ਹੋਈ ਹੈ, ਉਹ ਸਾਰੇ ਪਰਿਵਾਰਾਂ ਦੀ ਹੈਲਪ ਜਿਹੜੇ ਆ ਚੁੱਕੇ ਨੇ, ਟੋਟਲ 26 ਪਰਿਵਾਰ ਨੇ ਵਾਲੇ ਨੇ। ਅਗਰ ਉਹ ਆ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੀ ਹੈ ਅਕੋਮੋਡੇਸ਼ਨ ਦਾ ਸਾਰਾ ਪ੍ਰਬੰਧ ਜਾਂ ਰਹਿਣ ਦਾ ਉੱਤੇ ਸਾਨੀ ਸਾਹਿਬ ਦੇਣਗੇ ਲੰਬੇ ਸਮੇਂ ਲਈ। ਔਰ ਇਸ ਟਾਈਮ ਕਿਉਂਕਿ ਟਿਕਟਾਂ ਪਹਿਲਾਂ ਸਾਰੀਆਂ ਸਾਨੀ ਸਾਹਿਬ ਨੇ 3 ਜਹਾਜ਼ ਮੰਗਾਏ, ਸਾਰੀਆਂ ਟਿਕਟਾਂ ਉਹਨਾਂ ਨੇ ਦਿੱਤੀਆਂ। ਲੇਕਿਨ ਇਸ ਟਾਈਮ ਇਹਦੇ 'ਚ ਮੈਂ ਜ਼ਰੂਰ ਜ਼ਿਕਰ ਕਰਾਂਗਾ, ਕਿਉਂਕਿ ਕੁਐਸਚਨ ਆ ਹੀ ਗਿਆ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੀ ਟਿਕਟਾਂ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ। ਠੀਕ ਹੈ, ਠੀਕ ਹੈ। ਨਹੀਂ, ਚਲੋ ਬਹੁਤ ਵਧੀਆ। ਬਾਕੀ ਵੀ ਜਿਹੜੇ ਬੈਠੇ ਨੇ, ਰਵਿੰਦਰ ਜੀ, ਰਵੇਲ ਜੀ, ਜਗਮੀਤ ਜੀ ਜਾਂ ਕੁਲਵਿੰਦਰ ਜੀ, ਜੇ ਤੁਸੀਂ ਵੀ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ, ਕੁਝ ਆਪਣੀ ਤੁਸੀਂ ਗੱਲ ਕਹਿਣਾ ਚਾਹੁੰਦੇ ਆ, ਤਾਂ ਜ਼ਰੂਰ ਤੁਸੀਂ ਵੀ ਆਪਣੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੱਸੋ। ਨਹੀਂ, ਹਾਂਜੀ, ਉਹ ਕਹਿ ਰਹੇ ਨੇ ਜੀ ਤਕਰੀਬਨ ਸਭ ਕੁਝ ਕਵਰ ਹੋ ਚੁੱਕਾ ਹੈ। ਠੀਕ ਹੈ। ਇੱਕ ਚੀਜ਼ ਮੈਂ ਇਹਨਾਂ ਸਾਰਿਆਂ ਤੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਆ, ਕਿਤੇ ਮਨ ਦੇ ਵਿੱਚ ਇਦਾਂ ਤਾਂ ਨਹੀਂ ਆਉਂਦਾ ਸੀਗਾ, ਬਾਹਰ ਬੈਠੇ ਚਲੋ ਜਿਹੜੀ ਜਿੰਨੀ ਕੋਈ ਮਦਦ ਕਰ ਸਕਦਾ ਹੈ ਕਰ ਰਿਹਾ ਆ, ਲਾਚਾਰੀ ਵੀ ਰਹਿੰਦੀ ਆ, ਸਰਕਾਰਾਂ ਦੇ ਹੱਥੋਂ ਲਾਚਾਰੀ ਰਹਿੰਦੀ ਆ। ਬੰਦਾ ਤਾਂ ਚਾਹੇ ਤਾਂ ਸਾਰਿਆਂ ਨੂੰ ਚੱਕ ਕੇ ਉਸੇ ਵੇਲੇ ਉਡਾਨ ਦੇ ਵਿੱਚ ਲੈ ਕੇ ਉਹਨਾਂ ਨੂੰ ਲੈ ਆਵੇ, ਲਾਚਾਰੀ ਵੀ ਰਹਿੰਦੀ। ਕਿਤੇ ਇਹ ਤਾਂ ਨਹੀਂ ਸੀ, ਕਿਤੇ ਇਦਾਂ ਲੱਗਦਾ ਯਾਰ ਬਾਹਰ ਬੈਠੇ ਜਾਂ ਹੋਰ ਥਾਵਾਂ ਦੇ ਉੱਤੇ ਬੈਠੇ ਸਿੱਖ ਪਰਿਵਾਰ ਜਾਂ ਸਿੱਖ ਨੇ ਜਿਹੜੇ ਵੀ, ਉਹ ਸਾਡੀ ਮਦਦ ਨਹੀਂ ਕਰ ਰਹੇ? ਜਾਂ ਤਾਂ ਤੁਸੀਂ ਕੁਲਵਿੰਦਰ ਜੀ ਇਸ ਦੇ ਉੱਤੇ ਕੁਝ ਕਹਿਣਾ ਚਾਹੁੰਦੇ ਆ? ਜਿਵੇਂ ਮੈਂ ਤੁਹਾਨੂੰ ਦੱਸਿਆ, ਹੈਲਪ ਤਾਂ ਕਰ ਰਹੇ ਨੇ। ਠੀਕ ਹੈ। ਹਾਂਜੀ, ਤੇ ਮੈਂ ਹੋਰ ਕੁਝ ਕਹਿਣਾ ਹੀ ਨਹੀਂ ਚਾਹੁੰਦਾ, ਲੇਕਿਨ ਹੈਲਪ ਕਰਦੇ ਨੇ। ਉਹਦਾ ਕੁਐਸਚਨ ਸੀਗਾ ਕਿ ਤੁਹਾਨੂੰ ਕੋਈ ਡਾਊਟ ਹੋਇਆ ਕਦੀ ਕਿ ਸਾਡੀ ਹੈਲਪ ਨਹੀਂ ਹੋਏਗੀ? ਅੱਛਾ, ਨਹੀਂ, ਉਹ ਕੋਈ ਡਾਊਟ ਨਹੀਂ ਹੈ। ਨਹੀਂ, ਡਾਊਟ ਨਹੀਂ ਸੀਗਾ। ਚਲੋ ਗੁੱਡ ਆ। ਸੋ ਚਲੋ ਵਧੀਆ ਚੀਜ਼ ਆ ਕੁਲਵਿੰਦਰ ਵੀ, ਚਲੋ ਤੁਹਾਨੂੰ ਵੀ ਉਮੀਦ ਸੀਗੀ ਤੇ ਇੱਥੋਂ ਵੀ ਬੈਠਿਆਂ ਦੇ ਜਿੰਨਾ ਵੀ ਕਰ ਸਕਦੇ ਸੀ ਕਿਤੇ, ਕੈਨੇਡਾ ਦੇ ਵਿੱਚ ਵੀ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਕੋਸ਼ਿਸ਼ ਚੱਲਦੀ ਰਹਿੰਦੀ ਹੈ ਨਾਲ। ਪਰਮਜੀਤ ਜੀ, ਜੇ ਤੁਸੀਂ ਇਸ ਦੇ ਵਿੱਚ ਦੱਸਣਾ ਚਾਹੋ। ਡੈਫੀਨੇਟਲੀ ਜੀ, ਆਪਣਾ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਉੱਤੇ ਹੈਗੀ ਹੈ ਹਾਂਜੀ, ਕੈਨੇਡਾ ਦੇ ਵਿੱਚ। ਉਹਨਾਂ ਦੇ ਥਰੂ ਤਕਰੀਬਨ ਅਜੇ ਇਹ ਹਾਲਾਤ ਨਹੀਂ ਸੀ ਬਣੇ, ਤਕਰੀਬਨ 5 ਸਾਲ ਪਹਿਲਾਂ ਮਨਮੀਤ ਸਿੰਘ ਭੁੱਲਰ ਹੁੰਦੇ ਸੀਗੇ ਉੱਥੋਂ ਦੇ MP ਕੈਨੇਡਾ ਜੀ। ਤੇ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਉੱਥੋਂ ਦੀ ਸੰਗਤਾਂ ਨੂੰ, ਆਪਣੀ ਹੈਲਮਨ ਦੀਆਂ ਕੰਧਾਰ ਦੇ ਨੇੜੇ ਇਲਾਕਾ ਪੈਂਦਾ, ਤੇ ਮੈਂ ਤੁਹਾਨੂੰ ਆਪਣਾ ਕੈਨੇਡਾ ਲੈ ਕੇ ਜਾਵਾਂਗਾ।
ਉਹ ਬੰਦੇ 2015-16 ਚ ਆਏ ਸੀਗੇ ਤੇ ਉਹ ਤਕਰੀਬਨ 64 ਪਰਿਵਾਰ ਸੀਗੇ। ਬੜਾ ਸ਼ਾਰਟ ਚ ਦੱਸਾਂਗਾ ਕਿ ਆਪਣਾ 24 ਅਪ੍ਰੈਲ 2022 ਨੂੰ ਉਹ ਸਾਰੇ ਪਰਿਵਾਰ ਜਿਹੜੇ ਨੇ ਉਹ ਕੈਨੇਡਾ ਜਾ ਚੁੱਕੇ ਨੇ ਉਧਰ ਫਾਊਂਡੇਸ਼ਨ, ਮਨਮੀਤ ਸਿੰਘ ਉਧਰ ਫਾਊਂਡੇਸ਼ਨ ਦੇ ਥਰੂ। ਜੀ WSO ਵਾਲਿਆਂ ਨੇ ਵੀ, ਵਰਲਡ ਸਿੱਖ ਆਰਗੇਨਾਈਜੇਸ਼ਨ ਵਾਲਿਆਂ ਨੇ ਤੇ ਸ਼ਾਇਦ ਕੈਨੇਡਾ ਦੀਆਂ ਹੋਰ ਵੀ ਜਥੇਬੰਦੀਆਂ ਨੇ ਇਸ ਪ੍ਰੋਜੈਕਟ ਦੇ ਵਿੱਚ ਉਹਨਾਂ ਨੇ ਹੈਲਪ ਕੀਤੀ ਹੈ, ਹਿੱਸਾ ਲਿਆ ਹੈ ਔਰ ਅੱਗੋਂ ਵੀ ਉਹਦੇ ਵਿੱਚ ਕਾਫੀ ਉਹ ਹਿੱਸਾ ਲੈਣਾ ਚਾਹੁੰਦੇ ਨੇ ਔਰ ਹੈਲਪ ਕਰਨਾ ਚਾਹੁੰਦੇ ਨੇ। ਮਨਮੀਤ ਸਿੰਘ ਉਧਰ ਫਾਊਂਡੇਸ਼ਨ ਆਪਣਾ ਜਿਹੜਾ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਆਪਣੇ ਇੰਡੀਆ ਦੇ ਵਿੱਚ ਲੋਕ ਹੈਗੇ ਨੇ ਅਫਗਾਨੀ ਸਿੰਘ ਜਿਹੜੇ ਸਾਡੇ ਪਰਿਵਾਰ ਰਹਿੰਦੇ ਨੇ, ਹਿੰਦੂ ਔਰ ਸਿੱਖ ਫੈਮਲੀਜ਼, ਉਹਨਾਂ ਨੂੰ ਸਪਾਂਸਰ ਕਰਕੇ ਉਹਨਾਂ ਨੂੰ ਕੈਨੇਡਾ ਲਿਜਾਇਆ ਜਾਵੇ। ਠੀਕ ਹੈ, ਚਲੋ ਬਹੁਤ ਵਧੀਆ। ਗਵਰਨਮੈਂਟ ਵੱਲੋਂ ਕੋਈ ਰਿਕੁਐਸਟ ਕਰ ਰਹੇ ਨੇ WSO ਵਾਲੇ ਵੀ ਮਨਮੀਤ ਸਿੰਘ ਕੈਨੇਡਾ ਗਵਰਨਮੈਂਟ ਨੂੰ ਕਿ ਬਈ ਸਾਡਾ ਬੰਦਾ ਕਹਿੰਦਾ ਸਾਡਾ 600-700 ਬੰਦਾ ਇਹ ਹੈ, 500-600 ਉਹਦਾ 1800-1500 ਬੰਦਾ ਹੁੰਦਾ ਕਿੰਨਾ ਹੈ। ਹਾਂ ਬਿਲਕੁਲ, ਗਵਰਨਮੈਂਟ ਆਪ ਇਹਨਾਂ ਨੂੰ ਲੈ ਕੇ ਚਲੀ ਜਾਵੇ ਨਾ ਇਹਨਾਂ ਨੂੰ। ਉਹਦੇ ਇਲਾਵਾ ਆਰਗੇਨਾਈਜੇਸ਼ਨਾਂ ਇਹਦੇ ਤੇ ਕੰਮ ਕਰ ਰਹੀਆਂ ਨੇ ਤੇ ਹੋਪਫੁਲੀ ਬੜੀ ਚੰਗੀ ਖਬਰ ਜਲਦੀ ਆਪ ਜੀ ਨੂੰ ਮਿਲੇਗੀ ਉਹਦੇ ਬਾਰੇ ਵੀ ਕਿ ਉਹਨਾਂ ਦੀ ਹੈਲਪ ਕੀਤੀ ਜਾਏਗੀ। ਜੀ ਰਵੇਲ ਕੌਰ ਜੀ, ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ ਆ ਵੀ ਉੱਥੇ ਅਕਸਰ ਔਰਤਾਂ ਨੂੰ ਲੈ ਕੇ ਜਿਹੜੀ ਗੱਲਾਂ ਰਹਿੰਦੀਆਂ ਆ, ਬੁਰਕਾ ਵੀ ਪਾਉਣਾ, ਕਾਫੀ ਉੱਥੇ ਸਖਤੀ ਜਿਹੜੀ ਉਹ ਰਹੀ ਆ। ਤੇ ਰਵੇਲ ਕੌਰ ਜੀ ਐਜ਼ ਏ ਔਰਤ, ਐਜ਼ ਏ ਲਾਈਕ ਫੀਮੇਲ, ਜਦੋਂ ਤੁਸੀਂ ਉੱਥੇ ਰਹਿ ਰਹੇ ਸੀ, ਕਿੱਦਾਂ ਦੇ ਹਾਲਾਤ ਸੀ, ਕਿੱਦਾਂ ਦੇ ਹਾਲਾਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਿਆ, ਜੇ ਤੁਸੀਂ ਕੁਝ ਸਾਂਝਾ ਕਰਨਾ ਚਾਹੋ। ਦੇਖੋ ਜੀ, ਉਹ ਪਹਿਲਾਂ ਹੀ ਸ਼ੇਅਰ ਕਰ ਚੁੱਕੇ ਨੇ, ਮੈਂ ਮਾਫੀ ਚਾਹੁੰਦਾ ਇੰਟਰਫੇਅਰ ਕਰਤਾ ਹਾਂਜੀ ਕਿ ਉਹ ਕੁਝ ਵੀ ਨਹੀਂ ਬੋਲ ਸਕਦੇ। ਠੀਕ ਹੈ, ਤੁਹਾਨੂੰ ਪਤਾ ਹੈ ਕਿ ਔਰਤਾਂ ਤਾਂ ਅੱਜ ਵੀ ਉੱਥੇ, ਤੁਹਾਨੂੰ ਪਤਾ ਉੱਥੋਂ ਦੇ ਹਾਲਾਤ ਜੋ ਹੈਗੇ ਨੇ, ਸਾਡੇ ਹਿੰਦੂ ਸਿੱਖ ਪਰਿਵਾਰ ਤੇ ਕਾਫੀ ਆਪਣਾ ਇਹ ਵੀ ਪੋਸ਼ਣ ਪਾ ਕੇ, ਅਸੀਂ ਬੁਰਕਾ ਨਹੀਂ ਕਹਿੰਦੇ, ਇੱਕ ਲੰਬੇ ਕਿਸਮ ਦੀ ਚਾਦਰ ਹੁੰਦੀ ਹੈ ਚਿੱਟੀ, ਜਿੱਥੇ ਕਿਤੇ ਜਾਣਾ ਠੀਕ ਹੈ, ਪੋਸ਼ਣ ਪਾ ਕੇ ਜਾਂਦੇ ਸੀਗੇ। ਇਟਸ ਕਾਲਡ ਅ ਲੌਂਗ ਚਾਦਰ, ਬਟ ਇਨ ਫਾਰਸੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਪੋਸ਼ਣ ਕਿਹਾ ਜਾਂਦਾ ਹੈ। ਅੱਛਾ ਠੀਕ ਹੈ। ਇਹ ਟਾਕੇ ਬੜੇ ਹਿਸਾਬ ਨਾਲ ਇਕੱਠੀਆਂ 5-7 ਜਨਾਨੀਆਂ ਜਾਣਾ ਜਾਂ ਕਿਤੇ ਅਫਸੋਸ ਤੇ ਜਾਣਾ ਜਾਂ ਵਧਾਈ ਦੇਣ ਜਾਣਾ, ਸੀਗੀਆਂ, ਮਤਲਬ ਸੇਫ ਨਹੀਂ ਸੀਗੀਆਂ, ਇਹ ਤਾਂ ਫॉर श्योर। ਕਾਫੀ ਕੁਲਵਿੰਦਰ, ਇੱਕ ਆਮ ਜੇ ਤੁਸੀਂ ਜ਼ਿੰਦਗੀ ਦਾ ਉੱਥੇ ਤੁਸੀਂ ਦੱਸੋ ਵੀ ਕਿੱਦਾਂ ਦਾ ਤੁਹਾਡਾ ਦਿਨ ਉੱਥੇ ਹੁੰਦਾ ਸੀਗਾ, ਜਿੱਦਾਂ ਪਰਮਜੀਤ ਜੀ ਨੇ ਜਿਹੜਾ ਉਹ ਜ਼ਿਕਰ ਕੀਤਾ ਵੀ ਅਫਸੋਸ ਵੀ, ਖੁਸ਼ੀ ਵੀ, ਕਈ ਤਰੀਕੇ ਦੇ ਮਾਹੌਲ ਜਿਹੜੇ ਜ਼ਿੰਦਗੀ ਦੇ ਵਿੱਚ ਉੱਥੇ ਆਉਂਦੇ ਰਹਿੰਦੇ ਆ। ਜਦੋਂ ਏਦਾਂ ਦਾ ਜੀਵਨ ਜੀਂਦੇ ਸੀਗੇ, ਠੀਕ ਸੀਗਾ, ਕਿੱਦਾਂ ਦੇ ਮਾਹੌਲ ਦੇ ਵਿੱਚ ਸੀਗੇ ਉੱਥੇ ਜਿਹੜੇ ਸਿੱਖ ਪਰਿਵਾਰ ਰਹਿੰਦੇ ਸੀ ਜਦੋਂ ਅਫਗਾਨਿਸਤਾਨ ਵਿੱਚ ਤੁਹਾਡਾ? ਜੀ ਬਿਲਕੁਲ। ਜਿਵੇਂ ਦੱਸਿਆ, ਮੈਂ ਤਾਂ ਪਹਿਲੇ ਅਟੈਕ ਤੋਂ ਪਹਿਲੇ ਮੁਸ਼ਕਲਾਤਾਂ ਤੇ ਫੇਸ ਕਰਦੇ ਸੀ, ਤਾਂ ਜ਼ਿੰਦਗੀ ਕਰਦੇ ਸੀ ਉਹਨਾਂ, ਮੈਨੇਜ ਕਰਦੇ ਸੀ ਨਾ। ਲੇਕਿਨ ਅਟੈਕ ਤੋਂ ਬਾਅਦ ਫੇਰ ਹੀ ਫੇਰ ਦਿਲ 'ਚ ਡਰ, ਜਿੱਥੇ ਬਾਹਰ ਜਾਣ ਨੂੰ ਫੇਰ ਹਮੇਸ਼ਾ ਹੀ ਰਹਿੰਦਾ ਸੀ। ਜਿਵੇਂ ਮੈਂ ਦੱਸਿਆ, ਉਮੀਦ ਨਹੀਂ ਸੀ ਕਿ ਜਦੋਂ ਬਿਜ਼ਨਸ ਕਰਨ ਲਈ ਜਾਂ ਬਾਹਰ ਜਾਂਦੇ ਆ, ਉਮੀਦ ਉਹਨਾਂ ਨੂੰ ਇਹ ਨਹੀਂ ਸੀ ਕਿ ਆਪਾਂ ਜਿਉਂਦੇ ਵੀ ਘਰ ਵਾਪਸ ਆਉਂਦੇ ਆ ਜਾਂ ਨਹੀਂ, ਕੀ ਹੋ ਸਕਦਾ ਸੀ। ਤੇ ਫੇਅਰਸ ਵਿੱਚ ਰਹਿੰਦੇ ਸੀ ਸਾਰੇ। ਜੀ ਪਰ ਉਸ ਤੋਂ ਪਹਿਲਾਂ ਠੀਕ ਸੀਗੇ, ਮਾਹੌਲ ਥੋੜਾ ਬੈਟਰ ਸੀਗਾ ਉਸ ਤੋਂ ਪਹਿਲਾਂ? ਥੋੜਾ ਬਹੁਤ ਨਹੀਂ, ਬਹੁਤ, ਥੋੜਾ ਨਹੀਂ ਬਹੁਤ ਸੀਗਾ। ਪਰ ਚਲੋ ਜਜ਼ਬੇ ਦੇ ਨਾਲ, ਜਾਂਬਾਜ਼ੀ ਦੇ ਨਾਲ ਇਹੋ ਜਿਹੇ ਥਾਵਾਂ ਦੇ ਉੱਤੇ ਰਹਿਣਾ ਕੋਈ ਸੌਖਾ ਕੰਮ ਨਹੀਂ ਆ। ਸੋ ਬਹਾਦਰ ਤਾਂ ਬੰਦੇ ਜਿਹੜੇ ਉਹ ਸੀਗੇ ਹੀ, ਸਿੱਖ ਬਹਾਦਰ ਹੀ ਸੀਗੇ ਜਿਹੜੇ ਉੱਥੇ ਲਗਾਤਾਰ ਜਿਹੜੇ ਉਹ ਰਹਿ ਰਹੇ ਸੀਗੇ। ਸੋ ਇੱਕ ਚੰਗੀ ਚਲੋ ਚੀਜ਼ ਆ, ਦ੍ਰਿੜਤਾ ਦੇ ਨਾਲ ਤੁਸੀਂ ਉੱਥੇ ਸਾਰੇ ਜਾਣੇ ਰਹੇ ਆ। ਤੇ ਹੁਣ ਅਮਰੀਕਾ ਦੇ ਵਿੱਚ ਆ ਕੇ ਤੁਸੀਂ ਹੁਣ ਆਜ਼ਾਦੀ ਜਿਹੜੀ ਉਹ ਮਾਣ ਰਹੇ ਹੋਵੋਗੇ, ਜਿਹੜੀ ਅਸਲੀ ਫਰੀਡਮ ਜਿਹਨੂੰ ਕਹਿੰਦੇ ਆ। ਸੋ ਹੁਣ ਤੁਸੀਂ, ਜੇ ਤੁਸੀਂ ਸ਼ੇਅਰ ਕਰਨਾ ਚਾਹੋ ਵੀ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ? ਹੁਣ ਤਾਂ ਜਿਵੇਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਆਪਾਂ ਇੱਥੇ ਆਏ, ਪਹਿਲਾਂ ਤਾਂ ਸਾਨੂੰ ਬਲੀਵ ਹੀ ਨਹੀਂ ਹੁੰਦਾ ਸੀ ਕਿ ਆਪਾਂ ਇੱਥੇ ਆਏ ਹਾਂ। ਜਿਹੜੀ ਫਰੀਡਮ, ਜਿਹੜੀ ਫ੍ਰੀਲੀ, ਯਾਨੀ ਤੁਹਾਨੂੰ ਮੈਂ ਦੱਸ ਦੇਵਾਂ, ਜਿਹੜੇ ਬੱਚੇ ਉਹ ਅਪਰਚੂਨਿਟੀ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਦੀ ਉੱਥੇ ਨਹੀਂ ਸੀ, ਇੱਥੋਂ ਮਿਲ ਸਕਦੀ ਹੈ, ਇੱਥੇ ਹੈ। ਸਾਡੇ ਲਈ ਜਿਹੜੀ ਅਪਰਚੂਨਿਟੀਜ਼ ਨੇ, ਇੱਥੇ ਆਪਾਂ ਕਰ ਸਕਦੇ ਹਾਂ, ਕੰਟੀਨਿਊ ਕਰੀਏ ਆਪਣਾ ਬਿਜ਼ਨਸ ਜਾਂ ਸਟੱਡੀ। ਜਿਹੜੇ ਲੋਕ ਨੇ ਉੱਥੇ ਬਾਹਰ ਨਹੀਂ ਜਾ ਸਕਦੇ ਸੀ ਅਫਗਾਨਿਸਤਾਨ, ਜਿਹੜੀ ਫੇਅਰ ਸੀ ਉਹਨਾਂ ਤੋਂ, ਇੱਥੇ ਫ੍ਰੀਲੀ ਬਾਹਰ ਜਾ ਸਕਦੇ ਨੇ, ਕਿਉਂਕਿ ਸੇਫ ਮਹਿਸੂਸ ਕਰਦੇ ਹਾਂ ਆਪਾਂ, ਇੱਥੇ ਸੇਫ ਹੀ ਹਾਂ। ਗੱਲ ਮੈਂ ਕਦੀ ਵੀ ਬੱਚਿਆਂ ਨੂੰ ਨਹੀਂ ਦੇਖੇ ਸੀ ਉੱਥੇ ਅਫਗਾਨਿਸਤਾਨ ਵਿੱਚ, ਜਿਹੜੇ ਸਾਡੇ ਲਈ ਨੇ ਐਵੇਂ ਹੈਪੀ ਹੋਣ, ਸਮਾਈਲ ਕਰਨ। ਜਦੋਂ ਅਸੀਂ ਇੱਥੇ ਆਇਆ, ਕਾਫੀ ਮਿਹਨਤ ਤੋਂ ਵੀ ਵੱਧ ਗਿਆ। ਉਹਨਾਂ ਫ੍ਰੀਲੀ ਯਾਨੀ ਬਾਹਰ ਜਾ ਕੇ ਖੇਡਦੇ ਨੇ, ਸਮਾਈਲ ਕਰਦੇ ਨੇ। ਪਹਿਲੀ ਵਾਰ ਉਹਨਾਂ ਦੇ ਫੇਸ ਤੇ ਸਮਾਈਲ ਦੇਖਿਆ, ਆਪਣੀ
ਹੂੰ, ਫੇਸ ਤੇ ਸਮਾਈਲ ਦੇਖਿਆ। ਪਹਿਲੇ ਉੱਥੇ ਅਫਗਾਨਿਸਤਾਨ ਵਿੱਚ ਜਦੋਂ ਆਪਾਂ ਬਾਹਰ ਜਾਂਦੇ ਸੀ ਤਾਂ ਸਾਡੇ ਫੈਮਿਲੀ ਵਾਲੇ ਬਸ ਇਹੋ ਫੇਅਰ ਸੀ ਉਹਨਾਂ ਦੇ ਵਿੱਚ ਕਿ ਨਾ ਪਤਾ ਨਹੀਂ ਕਿਵੇਂ ਹੋਣਗੇ। ਜਿਵੇਂ ਹੂੰ, ਮੈਂ ਦੱਸਿਆ ਕਿ ਐਨੀ ਟਾਈਮ ਕੁਛ ਵੀ ਹੋ ਸਕਦਾ ਸੀ ਉੱਥੇ। ਹੂੰ, ਲੇਕਿਨ ਹੂੰ, ਉਹ ਗੱਲਾਂ ਨਹੀਂ ਨੇ। ਇੱਥੇ ਉੱਪਰ ਘਰ ਵਿੱਚੋਂ ਨਹੀਂ ਕਹਿੰਦੇ ਨੇ ਤੁਸੀਂ ਬਾਹਰ ਜਾਓ ਤੇ ਫੀਲ ਕਰ ਸਕਦੇ ਹੋ ਕਿਉਂਕਿ ਸੇਵ ਹੈ। ਜਿਹੜੀ ਅਪਰਚੁਨਿਟੀ ਉੱਥੇ ਨਹੀਂ ਸੀ ਤੇ ਇੱਥੇ ਸਾਨੂੰ ਦਿਖਦੀ ਹੈ। ਫਿਊਚਰ ਸਾਡਾ ਬ੍ਰਾਈਟ ਹੈ। ਠੀਕ ਹੈ, ਠੀਕ ਹੈ। ਨਹੀਂ ਚਲੋ ਬਹੁਤ ਵਧੀਆ। ਹੁਣ ਇਹੋ ਜਿਹੇ ਥਾਂ ਦੇ ਉੱਤੇ ਆਏ ਆ ਤੁਸੀਂ, ਜਿੱਦਾਂ 50-60 ਪਰਿਵਾਰ ਰਹਿੰਦੇ ਆ, 200 ਜਾਣਾ ਤਾਂ ਮੈਨੂੰ ਲੱਗਦਾ ਇੱਥੇ ਤੁਹਾਡੇ ਇਰਦ-ਗਿਰਦ ਰਹਿੰਦਾ। ਬਾਕੀ ਮੁਲਕ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਰਹਿੰਦੇ ਆ। ਜਿਹੜੇ ਪਿੱਛੇ ਉੱਥੇ ਰਹਿ ਗਏ ਆ ਕੁਲਵਿੰਦਰ, ਉਹਨਾਂ ਦੇ ਨਾਲ ਅਕਸਰ ਰਾਬਤਾ ਹੁੰਦਾ ਹੈ, ਗੱਲਬਾਤ ਹੁੰਦੀ ਰਹਿੰਦੀ ਹੈ, ਜਿਹੜੇ ਅਫਗਾਨਿਸਤਾਨ ਦੇ ਵਿੱਚ ਹੈਗੇ ਨੇ? ਹਾਂਜੀ, ਹਾਂਜੀ। ਕਾਫ਼ੀ ਕਾਫ਼ੀ ਬਾਤ ਹੁੰਦੀ ਜਾਂਦੀ ਹੈ। ਜੀ, ਤੇ ਮਿਸ ਕਰਦੇ ਤਾਂ ਨਹੀਂ ਹੈ ਕਾਬੁਲ ਨੂੰ? ਵੀ ਉੱਥੇ ਜਿੱਥੇ ਜੰਮੇ ਭੌਂ ਆ, ਵੀ ਜਿਹੜੀ ਥਾਂ ਤੇ ਜੰਮੇ ਆ, ਉਸਨੂੰ ਮਿਸ ਕਰਦੇ ਹੋ ਕਦੇ? ਤਾਂ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਕਿਉਂਕਿ ਸਾਡੀ ਹੋਮ ਹੈ ਉੱਥੇ। ਹੂੰ, ਹੂੰ, ਦਰਦ ਤਾਂ ਹੁੰਦਾ ਹੈ ਫਿਰ ਉਹ ਜਿਹੜੇ ਹਾਦਸੇ ਸਾਡੇ ਉੱਤੇ ਗੁਜ਼ਰੇ, ਜੋ ਆਪਾਂ ਸਾਡੇ ਹੱਥਾਂ ਦੇ ਉੱਤੇ ਜਿਹੜੇ ਸ਼ਹੀਦ ਹੋਏ ਨੇ, ਜਿਹੜੇ ਫੈਮਿਲੀ ਮੈਂਬਰ ਸਾਡੇ ਹੂੰ, ਕੋਲ ਹੂੰ, ਆ, ਉਹ ਗੱਲਾਂ ਨੂੰ ਦੇਖ ਕੇ ਤੇ ਫਿਰ ਜਦੋਂ ਇੱਥੇ ਅਸੀਂ ਸੇਫ ਫੀਲ ਕਰ ਰਹੇ ਹਾਂ ਤਾਂ ਬਸ ਇਹੋ ਮਨ ਚਾਹੁੰਦਾ ਹੈ। ਦਰਦ ਤਾਂ ਹੁੰਦਾ ਹੀ ਹੈ ਕਿਉਂਕਿ ਹੋਮ ਹੈ, ਲੇਕਿਨ ਹੂੰ। ਕੀ ਕਰ ਸਕਦੇ ਹਾਂ ਹੁਣ, ਹਾਲਾਤ ਐਵੇਂ ਹੀ ਹੈ। ਹਾਲਾਤ ਹੀ ਇਦਾਂ ਦੇ ਜਿਹੜੇ ਉਹ ਬਣ ਚੁੱਕੇ। ਚਲੋ ਐਡ ਕਰਨਾ ਚਾਹਾਂਗਾ ਜੀ, ਜ਼ਰੂਰ ਪਰਮਜੀਤ ਜੀ। 40 ਸਾਲ ਤੋਂ ਉੱਪਰ ਹੋ ਗਿਆ ਅਫਗਾਨਿਸਤਾਨ ਛੱਡਿਆ ਹਾਂਜੀ, ਤੇ ਕਾਫੀ ਸਾਡੇ ਬੰਦੇ ਨੇ ਜਿਹੜੇ 30-30, 40-40 ਸਾਲ ਤੋਂ ਰਹਿ ਰਹੇ ਨੇ। ਹਾਂਜੀ, ਮੈਂ ਲੰਡਨ ਹੁਣ ਹੋ ਕੇ ਆਇਆ ਪਿਛਲੇ ਹਫ਼ਤੇ ਹੀ, 2 ਹਫ਼ਤੇ ਪਹਿਲਾਂ। ਠੀਕ ਹੈ ਜੀ। ਹਰ ਅਫਗਾਨੀ ਹਿੰਦੂ ਸਿੱਖ ਦਾ ਦਿਲ ਧੜਕਦਾ ਹੈ। ਇੱਕ ਵਾਰੀ 40-40 ਸਾਲ ਉਹਨਾਂ ਨੂੰ ਹੋ ਗਏ ਨੇ ਆਇਆਂ ਨੂੰ, ਉੱਥੇ ਜਾਣ ਨੂੰ ਦਿਲ ਕਰਦਾ ਹੈ ਕਿ ਅਸੀਂ ਇੱਕ ਵਾਰੀ ਕਾਬਲ ਆਪਣੇ ਜਾ ਕੇ ਗੁਰਧਾਮਾਂ ਦੇ ਦਰਸ਼ਨ ਕਰੀਏ ਕਿਉਂਕਿ ਇਤਿਹਾਸਕ ਗੁਰਦੁਆਰੇ ਨੇ। ਬਿਲਕੁਲ, ਬਿਲਕੁਲ। ਇਤਿਹਾਸਕ ਸਾਡੇ ਤੋਂ 500-700 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਉੱਥੇ ਸਿੱਖ ਰਹਿੰਦੇ ਪਏ। ਹਾਂਜੀ, ਹਾਂਜੀ, ਜਦੋਂ ਗਏ ਤਾਂ ਸਿੱਖ ਧਰਮ ਦਾ ਪ੍ਰਚਾਰ ਉੱਥੇ ਸ਼ੁਰੂ ਹੋਇਆ। ਉਹ ਲੋਕ ਹਾਂਜੀ। ਦੇ ਸਿੱਖ ਬਣੇ ਤੇ ਹੂੰ, 500-600 ਸਾਲ ਦੀ ਹਿਸਟਰੀ ਹੈ ਸਾਰੀ। ਸੋ ਹੂੰ। ਹਰ ਬੰਦਾ ਦਾ ਦਿਲ ਧੜਕਦਾ ਹੈ ਕਿ ਮੈਂ ਅਫਗਾਨਿਸਤਾਨ ਵਾਪਸ ਜਾਵਾਂ, ਇਨਕਲੂਡਿੰਗ ਮੀ, ਤੇ ਜਾ ਕੇ ਯਾਰ ਇੱਕ ਵਾਰੀ ਅਫਗਾਨਿਸਤਾਨ ਉਹ ਕਾਬਲ ਦੇ ਆਪਾਂ ਆਪਣੇ ਸ਼ਹਿਰ ਦਰਸ਼ਨ ਕਰਕੇ ਆਈਏ। ਗੁਰੂ ਘਰਾਂ ਨੂੰ ਵੀ ਦੇਖੀਏ। ਹਾਂ, ਆਪਣੀ ਜੰਮੇ ਭੌਂ ਨੂੰ, ਆਪਣੀ ਉਹਨਾਂ ਥਾਵਾਂ ਨੂੰ ਦੇਖ ਕੇ ਆਈਏ। ਨਹੀਂ, ਬਿਲਕੁਲ ਜੀ। ਚਲੋ ਬਹੁਤ-ਬਹੁਤ ਅਸੀਂ ਤੁਹਾਡਾ ਪਰਮਜੀਤ ਜੀ, ਕੁਲਵਿੰਦਰ ਜੀ, ਅਰਵਿੰਦਰ, ਰਵੇਲ ਕੌਰ ਜੀ ਤੇ ਜਗਮੀਤ ਜੀ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਿੱਖ ਕੋਲੀਸ਼ਨ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਵੀ ਉਹਨਾਂ ਨੇ ਇਹ ਗੱਲਬਾਤ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਉਹ ਕਰਵਾਈ। ਤੇ ਵਧਾਈ ਦੇ ਪਾਤਰ ਨੇ ਅਜਿਹੀਆਂ ਸੰਸਥਾਵਾਂ ਜਿਹੜੇ ਇਸ ਟਾਈਮ ਲੋਕ ਥਾਂ-ਥਾਂ ਦੇ ਉੱਤੇ ਇਹਨਾਂ ਹਾਲਾਤਾਂ 'ਚ ਫਸੇ ਨੇ, ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਕੇ ਆਉਣ ਦੇ ਲਈ ਇਹਨਾਂ ਦੀ ਮੁਹਿੰਮਾਂ ਮਦਦ ਜਿਹੜੀ ਉਹ ਚੱਲ ਰਹੀ ਆ। ਸੋ ਬਹੁਤ-ਬਹੁਤ ਸ਼ੁਕਰੀਆ ਤੇ ਬੜੀ ਮਿਹਰਬਾਨੀ ਜੀ, ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ।